ਦਰ ਘਰ ਦੇ ਨਿਤਨੇਮ ਅਨੁਸਾਰ ਸ਼ਾਮ ਦੇ ਦੀਵਾਨ ਵਿੱਚ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਭਗਤ ਬਾਣੀ ਦੀ ਵਿਚਾਰ ਇੱਕ ਲੜੀ ਦੇ ਤਹਿਤ ਸਾਂਝੀ ਕਰਦੇ ਆ ਰਹੇ ਹਾਂ। ਤੇ ਪ੍ਰਕਰਨ ਇਸ ਲੜੀ ਦੇ ਵਿੱਚੋਂ ਰਾਮਕਲੀ ਰਾਗ ਦਾ ਚੱਲ ਰਿਹਾ ਹੈ। ਬਾਣੀ ਗੁਰੂ ਘਰ ਦੇ ਨਿਕਟਵਰਤੀ ਗੁਰਸਿੱਖ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਦੀ ਹੈ। ਉਹਨਾਂ ਨੇ ਇੱਕ ਵਾਰ ਉਚਾਰਨ ਕੀਤੀ ਜਿਸ ਦੀਆਂ 8 ਪੌੜੀਆਂ ਹਨ, ਜਿਹਦੇ ਵਿੱਚੋਂ ਪਹਿਲੀਆਂ 3 ਪੌੜੀਆਂ ਬਲਵੰਡ ਜੀ ਦੀਆਂ ਹਨ ਤੇ ਅੰਤਲੀਆਂ 5 ਪੌੜੀਆਂ ਸੱਤਾ ਜੀ ਦੀਆਂ ਹਨ। ਤੇ ਇਹ ਵਾਰ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਉਚਾਰਨ ਕੀਤੀ ਗਈ ਸੀ, ਕਿਉਂਕਿ ਇਸ ਵਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਸੱਚੇ ਪਾਤਸ਼ਾਹ ਤੱਕ ਸਤਿਗੁਰਾਂ ਦੇ ਗੁਰਿਆਈ ਉੱਪਰ ਬਿਰਾਜਮਾਨ ਹੋਣ ਦਾ ਇਤਿਹਾਸ ਅਤੇ ਗੁਰੂ ਦਰਬਾਰ ਦੀ ਵਡਿਆਈ ਨੂੰ ਦਰਜ ਕੀਤਾ ਗਿਆ ਹੈ। ਸੋ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਸਾਧ ਸੰਗਤ ਕਿ ਬਾਣੀ ਜਿਸ ਵੇਲੇ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਦਿਬੀੜ ਸਾਹਿਬ ਜੀ ਦੀ ਸੰਪਾਦਨਾ ਕੀਤੀ 1604 ਦੇ ਵਿੱਚ, ਉਸ ਵੇਲੇ ਗੁਰੂ ਅਰਜਨ ਦੇਵ ਜੀ ਦੇ ਪਾਸ ਮੌਜੂਦ ਸੀ। ਤੇ ਇਹ ਮੰਨਿਆ ਜਾਂਦਾ ਹੈ ਵਿਦਵਾਨਾਂ ਦੇ ਵੱਲੋਂ, ਪ੍ਰੋਫੈਸਰ ਸਾਹਿਬ ਸਿੰਘ ਜੀ ਇਹ ਮੰਨਦੇ ਨੇ 1582 ਦੇ ਵਿੱਚ ਮਾਰਚ ਅਪ੍ਰੈਲ ਦੇ ਮਹੀਨੇ ਭਾਈ ਸੱਤਾ ਅਤੇ ਬਲਵੰਡ ਜੀ ਵੱਲੋਂ ਇਹ ਵਾਰ ਉਚਾਰੀ ਗਈ ਸੀ। ਇਹ ਉਹਨਾਂ ਦਾ ਮੰਨਣਾ ਹੈ। 1582 ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਇਆਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਹਿਜ਼ ਇੱਕ ਅਰਸਾ ਵੀ ਨਹੀਂ ਸੀ ਖਾਲੀ ਹੋਇਆ। ਥੋੜ੍ਹਾ ਸਮਾਂ ਉਹਨਾਂ ਨੂੰ ਹੋਇਆ ਸੀ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਭਾਈ ਸੱਤਾ ਅਤੇ ਭਾਈ ਬਲਵੰਡ ਜੀ ਤੋਂ ਪਹਿਲਾਂ ਸਤਿਗੁਰੂ ਜੀ ਦੇ ਸ਼ਰਧਾਲੂ ਪ੍ਰੇਮੀ ਜੋ ਭੱਟ ਸਾਹਿਬਾਨ ਸਨ, ਉਹਨਾਂ ਨੇ ਵੀ ਗੁਰੂ ਉਸਤਤ ਦੇ ਵਿੱਚ ਸਵਈਏ ਉਚਾਰਨ ਕੀਤੇ ਸਨ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤਾ ਗਿਆ ਹੈ। ਸੋ ਉਹਨਾਂ ਸਵਈਆਂ ਦੀ ਤਰਜ਼ ਤੇ ਗੁਰੂ ਇਤਿਹਾਸ ਨੂੰ ਰੂਪਮਾਨ ਕਰਦੇ ਹੋਏ, ਗੁਰੂ ਘਰ ਦੀ ਵਡਿਆਈ ਨੂੰ ਪ੍ਰਗਟ ਕਰਦੇ ਹੋਏ, ਸਤਿਗੁਰੂ ਜੀ ਦੇ ਦਰ ਦੀ ਕਾਰ ਨੂੰ ਪ੍ਰਗਟ ਕਰਦੇ ਹੋਏ ਭਾਈ ਸੱਤਾ ਅਤੇ ਭਾਈ ਬਲਵੰਡ ਜੀ ਦੋਵਾਂ ਗੁਰਸਿੱਖਾਂ ਨੇ ਇਸ ਪਾਵਨ ਬਾਣੀ ਦੀ ਰਚਨਾ ਕੀਤੀ ਸਾਧ ਸੰਗਤ। ਤੇ ਇਹਨਾਂ ਗੁਰਸਿੱਖਾਂ ਦੇ ਨਾਲ ਇੱਕ ਸਾਖੀ ਵੀ ਜੁੜੀ ਹੋਈ ਹੈ ਤੇ ਉਸ ਸਾਖੀ ਦੇ ਸੰਬੰਧ ਵਿੱਚ ਇਤਿਹਾਸਕਾਰਾਂ ਦੇ ਅੰਦਰ ਮਤਭੇਦ ਹਨ। ਕੁਝ ਇਤਿਹਾਸਕਾਰ ਤੇ ਇਹ ਮੰਨਦੇ ਨੇ ਕਿ ਉਹ ਘਟਨਾ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੇ ਸਮੇਂ ਦੀ ਹੈ, ਤੇ ਕੁਝ ਇਤਿਹਾਸਕਾਰ ਇਹ ਮੰਨਦੇ ਹਨ ਕਿ ਉਹ ਘਟਨਾ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀ ਹੈ। ਹੋਇਆ ਇਉਂ, ਕਹਿੰਦੇ ਨਾ ਇਹ ਦੋਵੇਂ ਪ੍ਰੇਮੀ ਗੁਰਸਿੱਖ ਗੁਰੂ ਘਰ ਦੇ ਬੜੇ ਪ੍ਰੇਮੀ ਕੀਰਤਨੀਏ ਸਨ, ਗੁਰਬਾਣੀ ਨੂੰ ਬੜੇ ਪਿਆਰ ਨਾਲ ਗਾਉਂਦੇ ਸਨ। ਜਦੋਂ ਵੀ ਗੁਰੂ ਕਾ ਦੀਵਾਨ ਸਜਦਾ, ਸੰਗਤ ਜੁੜਦੀ, ਤੇ ਇਹ ਬੜੇ ਚਾਅ ਨਾਲ ਪ੍ਰੇਮ ਨਾਲ ਗੁਰਬਾਣੀ ਗਾ ਕੇ ਸੰਗਤ ਨੂੰ ਸਰਵਣ ਕਰਵਾਇਆ ਕਰਦੇ ਸਨ। ਤੇ ਸੰਗਤ ਵੀ ਇਹਨਾਂ ਦਾ ਵਾਹਵਾ ਸਤਿਕਾਰ ਕਰਦੀ ਸੀ, ਪ੍ਰੇਮ ਕਰਦੀ ਸੀ। ਇੱਕ ਦਫੇ ਕਿਸੇ ਜ਼ਰੂਰਤ ਕਰਕੇ ਪੈਸੇ ਦੀ ਲੋੜ ਮਹਿਸੂਸ ਹੋਈ, ਕੋਈ ਕਾਰਜ ਬਣਿਆ ਘਰ ਵਿੱਚ ਇਹਨਾਂ ਦੇ, ਤੇ ਇਹਨਾਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੀ ਮਹਾਰਾਜ ਸਾਨੂੰ ਮਾਇਆ ਦੀ ਲੋੜ। ਕਹਿੰਦੇ ਨਾ ਗੁਰੂ ਸਾਹਿਬ ਨੇ ਆਖਿਆ ਭਾਈ ਕੋਈ ਗੱਲ ਨਹੀਂ, ਤੁਹਾਡੀ ਲੋੜ ਪੂਰੀ ਕਰ ਦਿਆਂਗੇ। ਤੇ ਇਹਨਾਂ ਬੇਨਤੀ ਕਰ ਦਿੱਤੀ ਵੀ ਪਾਤਸ਼ਾਹ ਕਿਉਂ ਨਾ ਵਿਸਾਖੀ ਦੇ ਦਿਨ ਜਦੋਂ ਸੰਗਤ ਆਵੇ ਤੇ ਉਸ ਦਿਨ ਜਿੰਨਾ ਚੜਾਵਾ ਹੋਵੇ ਉਹ ਤੁਸੀਂ ਸਾਨੂੰ ਸੌਂਪ ਦਿਓ। ਕਹਿੰਦੇ ਪਾਤਸ਼ਾਹ ਕਹਿੰਦੇ ਠੀਕ ਭਾਈ, ਤੁਹਾਡੀ ਮੌਜ, ਜਿਵੇਂ ਤੁਸੀਂ ਠੀਕ ਸਮਝੋ।
ਤੇ ਇਹ ਮੰਨਦੇ ਹਨ ਪ੍ਰੋਫੈਸਰ ਸਾਹਿਬ ਸਿੰਘ ਵੀ ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ ਪ੍ਰਿਥੀ ਚੰਦ ਨੇ ਡਾਢੀ ਵਿਰੋਧਤਾ ਕੀਤੀ ਸੀ, ਬਹੁਤ ਵਿਰੋਧਤਾ ਕੀਤੀ ਸੀ ਪੰਜਵੇਂ ਪਾਤਸ਼ਾਹ ਦੀ। ਉਹਨੇ ਕਈ ਮਸੰਦਾਂ ਨੂੰ ਵੀ ਖਰੀਦ ਕੇ ਆਪਣੇ ਵੱਲ ਦਾ ਕਰ ਲਿਆ ਸੀ, ਉਹਨੇ ਸੰਗਤਾਂ ਨੂੰ ਵੀ ਆਪਣੇ ਵੱਲ ਕਰ ਲਿਆ ਸੀ। ਸੰਗਤਾਂ ਦੇ ਜਥੇ ਪਹਿਲਾਂ ਪ੍ਰਿਥੀ ਚੰਦ ਕੋਲ ਜਾਂਦੇ, ਪੈਸਾ ਟੁੱਕਰ ਉਧਰ ਜਮ੍ਹਾਂ ਹੋ ਜਾਂਦਾ, ਤੇ ਬਾਅਦ ਵਿੱਚ ਥੋੜ੍ਹੇ ਬਹੁਤ ਜਿਨ੍ਹਾਂ ਦੇ ਮਨ ਦੀ ਇੱਛਾ ਹੁੰਦੀ ਵੀ ਚਲੋ ਉਧਰ ਵੀ ਜਾ ਕੇ ਦਰਸ਼ਨ ਕਰ ਲਈਏ, ਉਹ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆ ਜਾਂਦੇ ਸਨ। ਜਿਸ ਕਰਕੇ ਗੁਰੂ ਦਰਬਾਰ ਦੇ ਵਿੱਚ ਸੰਗਤ ਵੱਲੋਂ ਭੇਟ ਕੀਤੀ ਜਾਣ ਵਾਲੀ ਮਾਇਆ ਦੀ ਵੈਸੇ ਹੀ ਥੁੜ ਚੱਲ ਰਹੀ ਸੀ। ਤੇ ਉਧਰੋਂ ਵਿਸਾਖੀ ਦਾ ਦਿਨ ਸੰਗਤ ਨੇ ਵੈਸੇ ਹੀ ਵੱਡੀ ਗਿਣਤੀ 'ਚ ਪਹੁੰਚਣਾ ਸੀ, ਕਿਉਂਕਿ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਸਿੱਖਾਂ 'ਚ ਵਿਸਾਖੀ ਮਨਾਉਣ ਦਾ ਇੱਕ ਪ੍ਰਚਲਨ ਹੋ ਗਿਆ ਸੀ। ਪਰ ਜਦੋਂ ਪ੍ਰਿਥੀ ਚੰਦ ਨੇ ਦੇਖਿਆ ਵੀ ਵਿਸਾਖੀ ਆ ਰਹੀ ਅਗਲੇ ਹੀ ਸਾਲ 1582 'ਚ, ਇਹਨੇ ਮਸੰਦਾਂ ਨੂੰ ਚੰਗੀ ਤਰ੍ਹਾਂ ਆਪਣੇ ਵੱਲ ਕਰਕੇ ਨਾ ਕਈਆਂ ਨੂੰ ਅੰਮ੍ਰਿਤਸਰ ਦੇ ਆਸੇ-ਪਾਸੇ ਸ਼ਹਿਰ ਦੇ ਆਲੇ ਦੁਆਲੇ ਲੋਕਾਂ ਇਕੱਠੇ ਕਰਕੇ ਗੋਇੰਦਵਾਲ ਸਾਹਿਬ ਵਾਲੇ ਪਾਸੇ ਆਪਣੇ ਮਸੰਦ ਲਾ ਕੇ ਵੀ ਕੋਈ ਸੰਗਤ ਅੰਮ੍ਰਿਤਸਰ ਜਾਏਗੀ, ਕੋਈ ਗੋਇੰਦਵਾਲ ਸਾਹਿਬ ਜਾਣ, ਸਾਰੇ ਪਾਸਿਓਂ ਖਿੱਚ ਕੇ ਪ੍ਰਿਥੀ ਚੰਦ ਵੱਲ ਲਿਆਂਦਾ ਜਾਏ। ਪ੍ਰਿਥੀ ਚੰਦ ਵੱਲ ਚਲੇ ਗਏ, ਭੇਟਾ ਸਾਰੀ ਉਧਰ ਚਲੀ ਗਈ, ਤੇ ਇੱਧਰ ਚੜਾਵਾ ਹੋਇਆ ਕੋਈ ਨਾ, ਹੋਇਆ ਬੜਾ ਥੋੜਾ। ਜੋ ਹੋਇਆ ਇਹਨਾਂ ਦੀ ਇੱਛਾ ਮੁਤਾਬਕ ਇਹਨਾਂ ਨੂੰ ਦੇ ਦਿੱਤਾ ਗਿਆ, ਤੇ ਉਸ ਚੀਜ਼ ਤੋਂ ਖੁਸ਼ ਨਾ ਹੋਏ। ਤੇ ਖੁਸ਼ ਨਾ ਹੋ ਕੇ ਸਾਧ ਸੰਗਤ ਇਹਨਾਂ ਨੇ ਕੀਰਤਨ ਕਰਨਾ ਬੰਦ ਕਰ ਦਿੱਤਾ ਵੀ ਅਸੀਂ ਕੀਰਤਨ ਕਰਦੇ ਹਾਂ, ਸਾਨੂੰ ਮਾਇਆ ਨਹੀਂ ਮਿਲੀ, ਬੰਦ ਕਰ ਦਿੱਤਾ। ਹੁਣ ਇਹ ਸੋਚਣਾ ਚਾਹੀਦਾ, ਉਸ ਵੇਲੇ ਇਹਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਸੀ ਬਈ ਜੇ ਪ੍ਰਿਥੀ ਚੰਦ ਵੱਲੋਂ ਕੀਤੀ ਹੋਈ ਵਿਰੋਧਤਾ ਦੇ ਨਾਲ ਗੁਰੂ ਘਰ ਦਾ ਕੋਈ ਨੁਕਸਾਨ ਨਹੀਂ ਹੋਇਆ, ਗੁਰੂ ਅਰਜਨ ਦੇਵ ਜੀ ਦਾ ਕੋਈ ਨੁਕਸਾਨ ਨਹੀਂ ਹੋਇਆ, ਤੇ ਇਹਨਾਂ ਵੱਲੋਂ ਕੀਰਤਨ ਬੰਦ ਕਰਨ ਨਾਲ ਕੀ ਨੁਕਸਾਨ ਹੋ ਜਾਏਗਾ? ਉਹਦੇ ਨਾਲ ਗੁਰੂ ਦੀ ਸ਼ੋਭਾ ਥੋੜ੍ਹੀ ਘਟ ਜਾਏਗੀ। ਹੁਣ ਜੇ ਕੋਈ ਇਹ ਆਖੇ ਬਈ ਅਸੀਂ ਤੇ ਜੀ ਕੀਰਤਨ ਕਥਾ ਬੰਦ ਕਰ ਦਿੰਦੇ, ਉਹਦੇ ਨਾਲ ਗੁਰੂ ਦੀ ਸ਼ੋਭਾ, ਗੁਰੂ ਦੀ ਵਡਿਆਈ ਥੋੜ੍ਹੀ ਘਟ ਜਾਣੀ ਹੈ। ਉਹਨੂੰ ਤੇ ਕੋਈ ਨਹੀਂ ਨੇ ਫਰਕ ਪੈਂਦਾ, ਉਹ ਤੇ ਖਾਂ ਆਪਣੀ ਜ਼ਰੂਰ ਮਨੁੱਖ ਨੇ ਕਦਰ ਘਟਾ ਲੈਣੀ ਹੈ। ਤੇ ਹੋਇਆ ਹੀ ਨਹੀਂ ਇਹਨਾਂ ਨਾਲ, ਇਹ ਵੀ ਗੁਰੂ ਦਰੋਂ ਦੁਰਕਾਰੇ ਗਏ। ਤੇ ਜਦੋਂ ਅਹਿਸਾਸ ਹੋਇਆ ਬਈ ਅਸੀਂ ਤੇ ਹੰਕਾਰ 'ਚ ਆ ਕੇ ਬੜੀ ਵੱਡੀ ਭੁੱਲ ਕਰ ਬੈਠੇ ਹਾਂ, ਫਿਰ ਭੁੱਲ ਬਖਸ਼ਾਣ ਦੇ ਲਈ ਤਰਲੇ ਮਿੰਨਤਾਂ ਕੀਤੀਆਂ। ਕਹਿੰਦੇ ਲਾਹੌਰ ਦਾ ਰਹਿਣ ਵਾਲਾ ਇੱਕ ਭਾਈ ਲੱਧਾ ਨਾਮ ਦਾ ਗੁਰਸਿੱਖ, ਉਹਦੇ ਕੋਲ ਫਰਿਆਦ ਕੀਤੀ, ਤੇ ਉਹਨੇ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਇਹਨਾਂ ਨੂੰ ਬਖਸ਼ੋ, ਤੁਹਾਡੇ ਦਰ ਦੀ ਵਡਿਆਈ ਕਰਨੀ, ਇੱਥੇ ਹੀ ਹੁਣ ਤੱਕ ਵਡਿਆਈ ਕਰਦੇ ਆਏ ਨੇ ਤੇ ਇਹੀ ਇਹਨਾਂ ਨੇ ਕਰਨੀ ਹੈ, ਸੋ ਬਖਸ਼ੋ ਇਹਨਾਂ ਨੂੰ। ਇਹ ਆਪਣੀ ਗਲਤੀ ਲਈ ਪਛਤਾਤਾਪ ਕਰਨਾ ਚਾਹੁੰਦੇ ਨੇ, ਤੇ ਤੁਸੀਂ ਇਹਨਾਂ ਦੇ ਸਿਰ ਦੇ ਉੱਪਰ ਹੱਥ ਰੱਖੋ, ਆਪਣੇ ਦਰ ਦਾ ਚਾਕਰ ਬਣਾ ਕੇ ਰੱਖੋ। ਭਾਈ ਲੱਧਾ ਜੀ ਨੂੰ ਕਹਿੰਦੇ ਉਸ ਦਿਨ ਤੋਂ ਪਰਉਪਕਾਰੀ ਵੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਸੀ, ਤੇ ਉਹਨਾਂ ਦੇ ਨਾਮ ਦੇ ਨਾਲ ਇਹ ਸ਼ਬਦ ਜੁੜ ਗਿਆ ਸੀ, ਭਾਈ ਲੱਧਾ ਪਰਉਪਕਾਰੀ। ਖੈਰ ਇਹ ਪ੍ਰਕਰਨ ਹੈ, ਇਹ ਸਾਖੀ ਜੁੜੀ ਹੋਈ ਹੈ, ਇਹ ਆਪਾਂ ਨੂੰ ਲਿਖਤਾਂ ਵਿੱਚ ਇਸ ਪ੍ਰਕਾਰ ਮਿਲ ਜਾਂਦੀ ਹੈ। ਕੁਝ ਇੱਕ ਵਿਦਵਾਨ ਦੂਜੇ ਪਾਤਸ਼ਾਹ ਦੇ ਸਮੇਂ ਮੰਨਦੇ ਨੇ, ਤੇ ਪ੍ਰੋਫੈਸਰ ਸਾਹਿਬ ਸਿੰਘ ਨੂੰ ਪੰਜਵੇਂ ਪਾਤਸ਼ਾਹ ਦੇ ਸਮੇਂ ਮੰਨਦੇ ਹਨ। ਖੈਰ ਮੁੱਕਦੀ ਗੱਲ, ਵਾਰ ਦਾ ਸਿਧਾਂਤ ਕੀ ਹੈ, ਵਾਰ ਦਾ ਨੁਕਤਾ ਕੀ ਹੈ? ਇਸ ਵਾਰ ਦੇ ਅੰਦਰ ਇਤਿਹਾਸਕ ਪੱਖ ਤੋਂ ਬੜੀ ਅਹਿਮ ਜਾਣਕਾਰੀ ਹੈ। ਗੁਰੂ ਪਾਤਸ਼ਾਹਾਂ ਦੇ ਗੁਰਗੱਦੀ ਉੱਪਰ ਬਿਰਾਜਮਾਨ ਹੋਣ ਦਾ ਬਿਰਤਾਂਤ ਦਰਜ ਕੀਤਾ ਗਿਆ। ਉਸ ਵੇਲੇ ਜੋ ਜੋ ਘਟਨਾਵਾਂ ਵਾਪਰੀਆਂ, ਸੰਖੇਪ ਦੇ ਵਿੱਚ, ਟੂਕ ਮਾਤਰ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦਾ ਵਰਣਨ ਕਰਦੇ ਹੋਏ ਭਾਈ ਸੱਤਾ ਅਤੇ ਬਲਵੰਡ ਦੇ ਵੱਲੋਂ ਇਹ ਨਾਲ ਜਿਹੜੀ ਸੀ ਜਾਣਕਾਰੀ ਉਹ ਵੀ ਦੇ ਦਿੱਤੀ ਗਈ, ਇਤਿਹਾਸਕ ਬਿਰਤਾਂਤ ਵੀ ਦਰਜ ਕਰ ਦਿੱਤਾ ਗਿਆ। ਸੋ ਪਹਿਲਾ ਪਦਾ ਕੱਲ੍ਹ ਦੇ ਸਮੇਂ 'ਚ ਆਪ ਜੀ ਨੇ ਸਰਵਣ ਕੀਤਾ ਸੀ, ਜਿਹਦੇ ਵਿੱਚ ਪਰਮੇਸ਼ਰ ਦੀ ਗੱਲ, ਵਡਿਆਈ ਹੋਈ, ਤੇ ਨਾਲ ਗੁਰੂ ਨਾਨਕ ਸਾਹਿਬ ਦੇ ਦਰ ਦੀ ਮਹਿਮਾ ਗਾਈ ਗਈ।
ਅੱਜ ਦੂਸਰਾ ਪਦਾ ਹੈ ਸਾਧ ਸੰਗਤ, ਤੇ ਇਸ ਦੂਸਰੇ ਪਦੇ ਦੇ ਅੰਦਰ ਗੁਰੂ ਅੰਗਦ ਸਾਹਿਬ ਦੀ ਵਡਿਆਈ ਹੈ। ਉਹਨਾਂ ਦੇ ਦਰ ਦੀ ਵਾਰਤਾ ਪਾਈ ਗਈ ਹੈ। ਗੁਰਗੱਦੀ ਉੱਪਰ ਉਹਨਾਂ ਦਾ ਬਿਰਾਜਮਾਨ ਹੋਣਾ ਇਹ ਦਰਜ ਕੀਤਾ ਗਿਆ ਹੈ। ਗੁਰਗੱਦੀ ਉੱਪਰ ਬਿਰਾਜਮਾਨ ਹੋਣ ਸਮੇਂ ਉਹਨਾਂ ਦੀ ਕਾਬਲੀਅਤ ਦੇ ਨਾਲ ਹੋਰ ਕੌਣ-ਕੌਣ ਲੋਕ ਸਨ ਜੋ ਆਪਣੇ ਆਪ ਨੂੰ ਇਹ ਸਮਝਦੇ ਸਨ ਬਈ ਅਸੀਂ ਵੀ ਗੱਦੀ ਤੇ ਬੈਠੀਏ ਤੇ ਨਾ ਬੈਠ ਸਕੇ। ਕਾਰਨ ਕੀ ਬਣੇ, ਉਹਦਾ ਜ਼ਿਕਰ ਵੀ ਇਸ ਵਾਰ ਦੇ ਅੰਦਰ ਭਾਈ ਸੱਤਾ ਅਤੇ ਭਾਈ ਬਲਵੰਡ ਹੋਣਾ ਨੇ ਕੀਤਾ ਹੈ। ਸੋ ਪਹਿਲੀਆਂ 3 ਪੌੜੀਆਂ ਭਾਈ ਬਲਵੰਡ ਜੀ ਦੀਆਂ ਹਨ। ਜੋ ਕੱਲ ਆਪ ਜੀ ਨੇ ਸਰਵਣ ਕੀਤੀ ਉਹ ਵੀ ਭਾਈ ਬਲਵੰਡ ਜੀ ਦੀ ਉਚਾਰਨ ਕੀਤੀ ਪੌੜੀ ਸੀ। ਜੋ ਅੱਜ ਆਪਾਂ ਸਾਂਝੀ ਕਰਨੀ ਇਹ ਵੀ ਭਾਈ ਬਲਵੰਡ ਜੀ ਦੀ ਉਚਾਰਨ ਕੀਤੀ ਹੋਈ ਪੌੜੀ ਹੈ। ਸਮੇਂ ਦਾ ਆਪਾਂ ਵੇਖਦੇ ਹਾਂ ਹਿਸਾਬ, ਜਿੰਨਾ ਆਪਣੇ ਕੋਲੋਂ ਹੋ ਪਾਇਆ ਵਾਰ ਦੀਆਂ ਪੌੜੀਆਂ ਉਸ ਪ੍ਰਕਾਰ ਆਪਾਂ ਸਾਂਝੀਆਂ ਕਰਾਂਗੇ। ਸੋ ਆਓ ਪ੍ਰਕਰਨ ਨੂੰ ਆਪਾਂ ਜੋੜਨਾ ਕਰੀਏ, ਮਨ ਬਿਰਤੀਆਂ ਨੂੰ ਇਕਾਗਰ ਰੱਖਦੇ ਹੋਏ ਇੱਕ ਦਫਾ ਸਾਰੀ ਸੰਗਤ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ। ਲਹਿਣੇ ਦੀ ਫਿਰਾਈਐ ਨਾਨਕਾ ਦੋਹੀ ਖੱਟੀਐ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਾ ਕੁਝ ਸ਼ਬਦ ਐਸੇ ਹਨ ਜਿਨ੍ਹਾਂ 'ਚ ਇਤਿਹਾਸਕ ਬਿਰਤਾਂਤ ਸੰਭਾਲੇ ਗਏ ਹਨ। ਇੱਕ ਦਫੇ ਪਹਿਲਾਂ ਵੀ ਆਪਾਂ ਇਹ ਬੇਨਤੀ ਸਾਂਝੀ ਕੀਤੀ ਸੀ। ਕੁਝ ਸ਼ਬਦ ਐਸੇ ਹਨ ਜਿਨ੍ਹਾਂ 'ਚ ਇਤਿਹਾਸਕ ਬਿਰਤਾਂਤ ਸੰਭਾਲੇ ਪਏ ਨੇ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵੀ ਹੈ। ਗੁਰੂ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਨੇ ਵੀ ਇੱਕ ਸ਼ਬਦ ਉਚਾਰਨ ਕੀਤਾ। ਗੁਰੂ ਅਮਰਦਾਸ ਜੀ ਦੀ ਤੀਰਥ ਯਾਤਰਾ ਦੇ ਸੰਬੰਧ ਵਿੱਚ ਕਿਵੇਂ ਕਿਵੇਂ ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਰਨ ਅਰਥਾ, ਉਸ ਸੰਬੰਧ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ। ਤੇ ਇੱਕ ਤਪਾ ਨਾ ਹੋਵੈ ਅੰਦਰੋਂ ਲੋਭੀ, ਉਸ ਪ੍ਰਸੰਗ ਦੇ ਵਿੱਚ ਵੀ ਸਤਿਗੁਰੂ ਨੇ ਇੱਕ ਸਲੋਕ ਉਚਾਰਨ ਕੀਤਾ ਹੋਇਆ ਹੈ। ਸੋ ਇਉਂ ਇਤਿਹਾਸਕ ਬਿਰਤਾਂਤਾਂ ਨਾਲ ਮਿਲਦੇ ਜੁਲਦੇ ਕਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਮਿਲ ਜਾਂਦੇ ਹਨ। ਉਸੇ ਪ੍ਰਕਰਨ ਵਿੱਚ ਭਾਈ ਸੱਤਾ ਅਤੇ ਭਾਈ ਬਲਵੰਡ ਜੀ ਦੀ ਰਚਨਾ ਹੈ, ਉਹਨਾਂ ਦੀ ਬਾਣੀ ਹੈ, ਉਹਨਾਂ ਦੀ ਵਾਰ ਹੈ। ਭਾਈ ਬਲਵੰਡ ਜੀ ਲਿਖਦੇ ਹਨ, ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜਿਹੜੀ ਦੋਹੀ, ਜਿਹੜੀ ਦੁਹਾਈ, ਜਿਹੜੀ ਧੁੰਮ ਗੁਰੂ ਨਾਨਕ ਦੇ ਨਾਮ ਦੀ ਪਈ ਸੀ ਨਾ ਇਲਾਕੇ ਵਿੱਚ, ਆਸੇ ਪਾਸੇ ਗੁਰੂ ਨਾਨਕ ਦੇ ਨਾਮ ਦੀ ਜੋ ਧੁੰਮ ਪਈ ਹੋਈ ਸੀ, ਹੁਣ ਕਹਿੰਦੇ ਉਹੀ ਭਾਈ ਲਹਿਣਾ ਜੀ ਦੇ ਨਾਮ ਦੀ ਪਈ, ਗੁਰੂ ਅੰਗਦ ਸਾਹਿਬ ਦੇ ਨਾਮ ਦੀ ਪਈ। ਕਿਉਂਕਿ ਗੁਰੂ ਅੰਗਦ ਸਾਹਿਬ ਮਹਾਰਾਜ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਪਰ, ਉਹਨਾਂ ਦੀ ਥਾਂ ਦੇ ਉੱਪਰ ਉਹਨਾਂ ਦਾ ਹੀ ਰੂਪ ਬਣ ਕੇ ਬਿਰਾਜਮਾਨ ਹੋਏ ਹਨ। ਲਹਿਣੇ ਦੀ ਫੇਰ ਆਈ ਹੈ। ਹੁਣ ਲਹਿਣਾ ਜੀ ਦੀ ਸ਼ੋਭਾ ਫੈਲੀ, ਲਹਿਣਾ ਜੀ ਦੀ ਵਡਿਆਈ ਪਸਰੀ, ਨਾਨਕਾ ਦੋਹੀ ਖੱਟੀ ਹੈ। ਜੋ ਗੁਰੂ ਨਾਨਕ ਸਾਹਿਬ ਜੀ ਦੀ ਦੋਹੀ ਧੁੰਮ ਫੈਲੀ ਹੋਈ ਸੀ, ਜਿਹੜੀ ਵਡਿਆਈ ਉਹਨਾਂ ਖੱਟੀ ਸੀ, ਉਹ ਸਾਰੀ ਬਣੀ ਬਣਾਈ ਉਸੇ ਤਰ੍ਹਾਂ ਭਾਈ ਲਹਿਣਾ ਜੀ ਦੇ ਹਿੱਸੇ ਆ ਜਾਂਦੀ ਹੈ। ਜੋਤ ਓਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਐ। ਦੱਸਦੇ ਹਨ, ਕਹਿੰਦੇ ਜੋਤ ਓਹਾ, ਲਹਿਣਾ ਜੀ ਦੇ ਅੰਦਰ ਜੋਤ ਵੀ ਉਹੀ ਗੁਰੂ ਨਾਨਕ ਪਾਤਸ਼ਾਹ ਵਾਲੀ, ਜੁਗਤ ਸਾਏ, ਉਹਨਾਂ ਦੀ ਜੁਗਤੀ ਵੀ ਉਹੀ ਜੋ ਗੁਰੂ ਨਾਨਕ ਪਾਤਸ਼ਾਹ ਵਾਲੀ ਸੀ। ਗੱਲ ਸਾਧ ਸੰਗਤ ਜੋਤ ਤੇ ਜੁਗਤ ਦੀ ਹੈ। ਇੱਥੋਂ ਆਪਾਂ ਇਹ ਬੇਨਤੀ ਨੂੰ ਸਮਝ ਲਈਏ ਬਈ ਸਿੱਖ ਦਾ ਗੁਰੂ 'ਚ ਅਭੇਦ ਹੋਣਾ ਹੈ ਨਾ, ਜੋ ਉਹ 2 ਤਰੀਕਿਆਂ ਨਾਲ, 2 ਰੂਪਾਂ ਵਿੱਚ ਹੋਣਾ, ਇੱਕ ਜੋਤ ਕਰਕੇ ਤੇ ਇੱਕ ਜੁਗਤ ਕਰਕੇ। ਜਿਨ੍ਹਾਂ ਨੂੰ ਜੋਤ ਅਤੇ ਜੁਗਤ ਕਰਕੇ ਗੁਰੂ 'ਚ ਅਭੇਦ ਹੋਣਾ ਆ ਗਿਆ ਨਾ, ਸਤਿਗੁਰੂ ਦੇ ਸਰੂਪ ਦੇ ਵਿੱਚ ਸਮਾਉਣਾ ਆ ਗਿਆ, ਆਪਣੇ ਆਪ ਨੂੰ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰਨਾ ਆ ਗਿਆ, ਉਹ ਗੁਰਸਿੱਖ ਪਿਆਰੇ ਗੁਰੂ ਦਾ ਹੀ ਰੂਪ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਸਤਿਗੁਰੂ ਦੀ ਪੂਰਨ ਵਡਿਆਈ ਟਿਕ ਜਾਂਦੀ ਹੈ। 2 ਤਰੀਕਿਆਂ ਨਾਲ ਹੀ ਅਭੇਦ ਹੋਇਆ ਜਾ ਸਕਦਾ ਸਾਧ ਸੰਗਤ, ਜਾਂ ਜੋਤ ਕਰਕੇ ਜਾਂ ਜੁਗਤ ਕਰਕੇ। ਸਰੀਰ ਦਾ ਫਰਕ ਰਿਹਾ ਕਰਦਾ ਹੈ। ਸਰੀਰ ਕਦੇ ਇੱਕੋ ਜਿਹਾ ਨਹੀਂ ਹੋਇਆ ਕਰਦਾ ਗੁੰਦਾ। ਜਿਨ੍ਹਾਂ ਦੇ ਸਰੀਰ ਇੱਕੋ ਜਿਹੇ ਹੁੰਦੇ ਨੇ, ਹੋ ਸਕਦਾ ਉਹਨਾਂ 'ਚ ਗੁਣਾਂ ਦੀ ਇੱਕ ਮਿਕਤਾ ਨਾ ਹੋਵੇ। ਇੱਥੇ ਗੱਲ ਗੁਣਾਂ ਕਰਕੇ ਇੱਕ ਹੋਣ ਦੀ ਹੈ।
ਕਿਉਂਕਿ ਗੱਲ ਜਿਹੜੀ ਸ਼ੁਰੂ ਹੋਈ ਉਹ ਗੁਣਾਂ ਤੋਂ ਹੋਈ। ਕੱਲ ਆਪ ਜੀ ਨੇ ਸਰਵਣ ਕੀਤਾ ਸੀ ਨਾ, ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵਦ। ਉੱਥੇ 7 ਗੁਣ 7 ਇਤਿਆਦਿਕ ਜਿਹੜੇ ਗੁਣ ਨੇ ਵਡਿਆਈਆਂ ਨੇ ਉਹਨਾਂ ਦੀ ਗੱਲ ਹੋਈ। ਤੇ ਗੁਣਾਂ ਕਰਕੇ ਭਾਈ ਲਹਿਣਾ ਜੀ ਗੁਰੂ ਨਾਨਕ ਦਾ ਰੂਪ ਹੋਏ। ਜੁਗਤ ਜਿਹੜੀ ਗੁਰੂ ਨਾਨਕ ਪਾਤਸ਼ਾਹ ਕੋਲ ਸੀ ਉਹੀ ਭਾਈ ਲਹਿਣਾ ਜੀ ਕੋਲ ਆ ਗਈ। ਜੁਗਤ ਜੋਤ ਜਿਹੜੀ ਗੁਰੂ ਨਾਨਕ ਸਾਹਿਬ ਦੇ ਅੰਦਰ ਸੀ ਉਹੀ ਭਾਈ ਲਹਿਣਾ ਜੀ ਦੇ ਅੰਦਰ ਆਈ। ਤੇ ਲਹਿਣਾ ਜੀ ਗੁਰੂ ਨਾਨਕ ਸਾਹਿਬ 'ਚ ਅਭੇਦ ਹੋ ਕੇ ਗੁਰੂ ਨਾਨਕ ਦਾ ਹੀ ਰੂਪ ਹੋ ਗਏ ਸਨ। ਸਾਧ ਸੰਗਤ, ਇਹ ਇੱਕ ਮਿਕਤਾ ਆ ਨਾ ਜਿਹੜੀ, ਇਹਦੀ ਜਾਂਚ ਬਹੁਤ ਵਿਰਲੇ ਤੇ ਥੋੜਿਆਂ ਨੂੰ ਆਉਂਦੀ ਹੈ। ਜ਼ਿਆਦਾਤਰ ਅਸੀਂ ਸਰੀਰ ਕਰਕੇ ਤੇ ਦਿਖਣ ਦੀ ਕੋਸ਼ਿਸ਼ ਕਰਦੇ ਹਾਂ ਵੀ ਉਵੇਂ ਦੇ ਬਣ ਜਾਈਏ, ਪਰ ਜਿਹੜੀ ਅੰਦਰਲੀ ਇੱਕ ਮਿਕਤਾ ਆ ਨਾ, ਚੇਤਾ ਰੱਖਣਾ, ਜੇ ਉਹ ਸਾਨੂੰ ਸਮਝ ਆ ਗਈ, ਸਾਡੀ ਰੋਜ਼ਮਰਾ ਦੀ ਜ਼ਿੰਦਗੀ 'ਚ ਹੋਣ ਵਾਲੀਆਂ ਨਿੱਕੀਆਂ ਨਿੱਕੀਆਂ ਜੋ ਲੜਾਈਆਂ ਹਨ, ਕਲੇਸ਼ ਹਨ, ਇਹਨਾਂ ਨੇ ਖਤਮ ਹੋ ਜਾਣਾ ਵਾ। ਜੇ ਜੋਤ ਦੀ ਸਾਂਝ ਸਮਝ ਆ ਗਈ ਸਾਨੂੰ। ਸਤਿਗੁਰੂ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਗੁਰੂ ਸਾਹਿਬ ਕਿਰਪਾ ਕਰਨ ਲੱਗੇ, ਕਹਿੰਦੇ ਧੰਨ ਫਿਰ ਇਹ ਨਾ ਆਖੀਆ ਜੇ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਫਿਰ ਕਈਆਂ ਸੋਏ। ਗੁਰੂ ਸਾਹਿਬ ਕਹਿੰਦੇ ਭਾਈ ਇਹਨਾਂ ਨੂੰ ਤੁਸੀਂ ਧੰਨ ਫਿਰ ਪਤੀ ਪਤਨੀ ਨਾ ਆਖੋ। ਪਾਤਸ਼ਾਹ ਕਿਹਨਾਂ ਨੂੰ? ਕਹਿੰਦੇ ਜਿਹੜੇ ਇਦਾਂ ਸ਼ਰੀਰਾਂ ਕਰਕੇ ਇਕੱਠੇ ਬੈਠੇ ਨੇ, ਇੱਕ ਪਾਸੇ ਭਾਈ ਬੈਠਾ ਇੱਕ ਪਾਸੇ ਮਾਈ ਬੈਠੀ। ਅਸਲ ਵਿੱਚ ਉਹ ਇੱਕ ਹੋਏ ਹਨ ਮਹਾਰਾਜ। ਕਿਹੜੇ? ਜੋਤ ਜਿਨ੍ਹਾਂ ਦੀ ਇੱਕ ਹੋਈ ਹੈ, ਜਿਨ੍ਹਾਂ ਦੀ ਜੋਤ ਇੱਕ ਹੋਈ। ਧੰਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਜੋਤ ਜਿਨ੍ਹਾਂ ਦੇ ਅੰਦਰਲੀ ਜੋਤ ਇੱਕ ਹੋ ਗਈ ਨਾ। ਮੂਰਤਾਂ ਸ਼ਕਲਾਂ ਸਰੀਰ ਭਾਵੇਂ ਉਹਨਾਂ ਦੇ ਜੁਦੇ ਵੱਖੋ ਵੱਖਰੇ ਨੇ, ਧੰਨ ਫਿਰ ਕਈਆਂ ਸੋਏ। ਅਸਲ ਇੱਕ ਮਿਕਤਾ ਉਹਨਾਂ ਦੀ ਹੈ। ਸੋ ਇਹ ਚੀਜ਼ ਸਮਝਣੀ ਪੈਣੀ। ਵਿਚਾਰ ਕਰਕੇ, ਮਨ ਦੇ ਵਿਹਾਰ ਕਰਕੇ, ਮਨ ਦੀ ਕਰਨੀ ਕਰਕੇ ਇੱਕ ਮਿਕਤਾ ਅਪਣਾਉਣੀ ਹੁੰਦੀ ਹੈ। ਸਾਧ ਸੰਗਤ, ਇਹ ਇੱਕ ਮਿਕਤਾ ਦੀ ਅਵਸਥਾ ਹੈ ਨਾ ਜਿਹੜੀ ਵਿਰਲੇ ਤੇ ਥੋੜਿਆਂ ਦੇ ਹਿੱਸੇ ਵਿੱਚ ਆਇਆ ਕਰਦੀ ਹੈ। ਖਿਮਾ ਕਰਨੀ, ਅੱਜ ਕੱਲ੍ਹ ਅਸੀਂ ਸਰੀਰਾਂ ਉੱਪਰ ਤੇ ਬੜਾ ਜ਼ੋਰ ਦੇ ਦਿੰਦੇ ਹਾਂ, ਤੇ ਜਿਹੜੀ ਮਨ ਦੀ ਪਵਿੱਤਰਤਾ ਅਤੇ ਮਨ ਦਾ ਇੱਕ ਹੋਣਾ ਹੈ, ਕਈ ਵਾਰੀ ਉਸ ਨੂੰ ਅਸੀਂ ਪਰੇ ਹੀ ਕਰ ਜਾਂਦੇ ਹਾਂ। ਤੇ ਨਾਲ ਇਹ ਬੇਨਤੀ ਵੀ ਕਰਦੇ ਹਾਂ ਕਿ ਮਨ ਦੀ ਇੱਕ ਮਿਕਤਾ ਤਦੇ ਪ੍ਰਵਾਨ ਹੋਏਗੀ ਜੇ ਦੇਹੀ ਦੇ ਉੱਪਰ ਰਹਿਤ ਹੋਏਗੀ। ਜੇ ਦੇਹੀ ਤੇ ਰਹਿਤ ਨਹੀਂ ਨਾ, ਫਿਰ ਕੱਲੀ ਮਨ ਦੀ ਪਵਿੱਤਰਤਾ ਨੇ ਵੀ ਕੁਛ ਨਹੀਂ ਕਰਨਾ। ਦੇਹੀ ਦੇ ਉੱਪਰ ਰਹਿਤ ਵੀ ਚਾਹੀਦੀ ਤੇ ਮਨ ਵਿੱਚੋਂ ਇੱਕ ਮਿਕਤਾ ਵੀ ਚਾਹੀਦੀ। ਜੋਤ ਆ ਨਾ ਜਿਹੜੀ, ਇੱਥੇ ਦੋ ਗੱਲਾਂ ਗੋਈਆਂ। ਜੋਤ ਉਹ ਜੁਗਤ ਸਾਏ। ਜੋਤ ਦਾ ਸੰਬੰਧ ਮਨ ਨਾਲ ਹੈ ਜੀ, ਤੇ ਜੁਗਤ ਦਾ ਸੰਬੰਧ ਤਨ ਨਾਲ ਹੈ। ਜੁਗਤ ਤੋਂ ਭਾਵ ਹੈ ਸਰੀਰ ਦੀ ਜੁਗਤ, ਸਰੀਰ ਦਾ ਵਿਹਾਰ, ਸਰੀਰ ਦੇ ਕਰਮ। ਤੇ ਜੋਤ ਤੋਂ ਭਾਵ ਹੈ ਮਨ। ਜੋਤ ਵੀ ਤੇ ਜੁਗਤ ਵੀ ਕਰਮਾਂ ਕਰਕੇ ਵੀ ਉਵੇਂ ਹੀ ਨੇ ਤੇ ਮਨ ਕਰਕੇ ਵੀ। ਗੁਰੂ ਦੇ ਵਿੱਚ ਬਿਲਕੁਲ ਅਭੇਦ ਹੋ ਗਏ ਹਨ। ਉਹਨਾਂ ਦੇ ਅੰਦਰ ਜੋਤ, ਸੁਰਤ ਵਿੱਚ ਜਿਹੜੀ ਜੋਤ ਜਗੀ ਉਹ ਵੀ ਗੁਰੂ ਨਾਨਕ ਪਾਤਸ਼ਾਹ ਦੀ, ਤੇ ਜਿਹੜੀ ਜੁਗਤ ਉਹਨਾਂ ਦੇ ਕੋਲ ਹੈ, ਕਰਮ ਉਹਨਾਂ ਕੋਲ ਹਨ, ਉਹ ਵੀ ਗੁਰੂ ਨਾਨਕ ਪਾਤਸ਼ਾਹ ਦੇ ਹਨ। ਇਸ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਵਿੱਚ ਅਭੇਦ ਹੋਏ। ਸ਼ਹਿਕਾਇਆ ਫੇਰ ਪਲਟੀ ਹੈ, ਕੇਵਲ ਤੇ ਕੇਵਲ ਕਾਇਆ ਸਰੀਰ ਹੀ ਪਲਟਿਆ ਹੈ, ਸਰੀਰ ਹੀ ਬਦਲਿਆ ਹੈ। ਬਾਕੀ ਗੁਰੂ ਨਾਨਕ ਸਾਹਿਬ ਦਾ ਹੀ ਦੀਦਾਰ ਸੰਗਤਾਂ ਨੂੰ ਗੁਰੂ ਅੰਗਦ ਸਾਹਿਬ ਵਿੱਚੋਂ ਹੁੰਦਾ, ਤੇ ਸੰਗਤ ਵੀ ਇਹੀ ਆਖਦੀ ਕੇਵਲ ਸਰੀਰ ਬਦਲਿਆ, ਬਿਲਕੁਲ ਉਹੀ ਜੋਤ ਤੇ ਉਹੀ ਜੁਗਤ ਲਹਿਣਾ ਜੀ ਦੇ ਵਿੱਚੋਂ, ਗੁਰੂ ਅੰਗਦ ਪਾਤਸ਼ਾਹ ਦੇ ਵਿੱਚੋਂ ਗੁਰੂ ਨਾਨਕ ਦਾ ਹੀ ਦੀਦਾਰ ਹੁੰਦਾ ਸੀ। ਝੂਲੈ ਸੋ ਛਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟਿਐ। ਝੂਲੈ ਸੋ ਛਤ ਨਿਰੰਜਨੀ। ਨਿਰੰਜਨੀ ਤੋਂ ਭਾਵ ਨਿਰੰਜਨ ਪਰਮਾਤਮਾ। ਛਤ ਨਿਰੰਜਨੀ ਤੋਂ ਭਾਵ ਰੱਬੀ ਛਤਰ, ਅਕਾਲ ਪੁਰਖ ਦਾ ਛਤਰ ਕਿੱਥੇ ਝੁਲਦਾ ਹੈ ਜੀ? ਝੂਲੈ ਸੋ ਛਤ ਨਿਰੰਜਨੀ। ਲਹਿਣਾ ਜੀ ਦੇ ਸੀਸ ਉੱਪਰ ਨਾ, ਗੁਰੂ ਅੰਗਦ ਸਾਹਿਬ ਦੇ ਸਿਰ ਦੇ ਉੱਪਰ ਗੁਰੂ ਨਾਨਕ ਸਾਹਿਬ ਨੇ ਰੱਬੀ ਛਤਰ ਝੁਲਾ ਦਿੱਤਾ। ਇੱਕ ਤੇ ਦੁਨਿਆਵੀ ਛਤਰ ਹੁੰਦੇ ਸਾਧ ਸੰਗਤ, ਲੋਕਾਂ ਦੇ ਸਿਰ ਤੇ ਝੂਲਦੇ ਨੇ, ਇੱਕ ਰੱਬੀ ਛਤਰ ਹੁੰਦਾ ਵਾ ਵਾਹਿਗੁਰੂ ਦੀ ਵਡਿਆਈ ਦਾ, ਜੋ ਗੁਰੂ ਨਾਨਕ ਸਾਹਿਬ ਦੀ ਖਿਦਮਤ ਵਿੱਚੋਂ, ਸਤਿਗੁਰੂ ਦੀ ਸੇਵਾ ਦੇ ਵਿੱਚੋਂ ਭਾਈ ਲਹਿਣਾ ਜੀ ਦੇ ਹਿੱਸੇ ਆਇਆ। ਉਹ ਛਤਰ ਗੁਰੂ ਨਾਨਕ ਸਾਹਿਬ ਜੀ ਵਾਲਾ ਭਾਈ ਲਹਿਣਾ ਜੀ ਦੇ ਸਿਰ ਉੱਪਰ ਝੁਲਦਾ ਹੈ। ਆਪ ਜੀ ਲਿਖਦੇ ਨੇ,
ਝੁਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਐ। ਗੁਰੂ ਨਾ ਭਾਈ ਲਹਿਣਾ ਜੀ, ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਵਾਲਾ ਤਖਤ ਮੱਲ ਕੇ ਉਹਨਾਂ ਦੀ ਹੱਟੀ ਤੇ ਬੈਠ ਗਏ। ਜਿਵੇਂ ਆਮ ਤੌਰ ਤੇ ਆਪ ਜੀ ਨੇ ਹੱਟਾਂ ਤੇ ਦੁਕਾਨਾਂ ਤੇ ਵੇਖਿਆ ਹੋਣਾ, ਉਹਨਾਂ ਨੇ ਤਖਤ ਲਾਏ ਹੁੰਦੇ ਨੇ, ਤਖਤ ਪੋਸ਼ ਹੈ ਨਾ ਹੱਟਾਂ ਦੇ ਉੱਪਰ। ਜ਼ਿਆਦਾਤਰ ਜਿਹੜੇ ਹੁੰਦੇ ਆ ਦੁਕਾਨਦਾਰ, ਉਹਨਾਂ ਨੇ ਤਖਤ ਪੋਸ਼ ਲਾਏ ਹੁੰਦੇ, ਉਹ ਤਖਤ ਦੇ ਉੱਪਰ ਬੈਠ ਕੇ ਆਪਣਾ ਸੌਦਾ ਵੇਚਦੇ ਹੁੰਦੇ ਨੇ। ਸੋ ਉਹ ਉਦਾਹਰਣ ਦੇ ਕੇ ਇੱਥੇ ਕਹਿਣ ਲੱਗੇ ਮੱਲ ਤਖਤ ਬੈਠਾ ਗੁਰ ਖੱਟੀਐ। ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੀ ਖੱਟੀ ਦੇ ਉੱਪਰ ਉਹਨਾਂ ਦਾ ਤਖਤ ਮੱਲ ਕੇ ਬੈਠ ਗਏ ਨੇ। ਭਾਵ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਪਰ ਹੁਣ ਭਾਈ ਲਹਿਣਾ ਗੁਰੂ ਅੰਗਦ ਸਾਹਿਬ ਦਾ ਰੂਪ ਧਾਰਨ ਕਰਕੇ ਬੈਠੇ ਹੋਏ ਨੇ। ਦੁਕਾਨ ਉਹੀ ਹੈ, ਸੌਦਾ ਵੀ ਉਹੀ ਹੈ, ਜਿਸ ਜੁਗਤ ਨਾਲ ਉਹ ਸੌਦਾ ਦੇਣਾ ਉਹ ਜੁਗਤ ਵੀ ਉਹੀ ਹੈ, ਜਿਸ ਜੋਤ ਨੇ ਵਰਤਾਉਣਾ ਉਹ ਜੋਤ ਵੀ ਉਹੀ ਹੈ। ਕੇਵਲ ਤੇ ਕੇਵਲ ਸਰੀਰ ਬਦਲਿਆ ਹੈ। ਜੋ ਦਿੱਤਾ ਜਾਣਾ ਉਹੀ ਉਹ ਸੌਦਾ ਦਿੱਤਾ ਜਾਣਾ ਵਾ। ਬਸ ਫਰਕ ਇੰਨਾ ਪਿਆ, ਪਹਿਲੇ ਉਹ ਨਾਮ ਦਾ ਸੌਦਾ, ਸ਼ੁਭ ਗੁਣਾਂ ਦਾ ਸੌਦਾ ਕਰਤਾਰਪੁਰ ਸਾਹਿਬ 'ਚ ਵੰਡਿਆ ਜਾਂਦਾ ਸੀ ਤੇ ਹੁਣ ਉਹ ਖਡੂਰ ਸਾਹਿਬ 'ਚ ਵੰਡਿਆ ਜਾਣਾ ਵਾ। ਬਸ ਇੰਨਾ ਫਰਕ ਪਿਆ ਵਾ। ਪਹਿਲੇ ਗੁਰੂ ਨਾਨਕ ਸਾਹਿਬ ਵੰਡਦੇ ਸੀ, ਹੁਣ ਗੁਰੂ ਅੰਗਦ ਸਾਹਿਬ ਨੇ ਉਹ ਸੌਦਾ ਵੰਡਣਾ ਹੈ। ਇੰਨਾ ਹੀ ਫਰਕ ਪਿਆ, ਹੋਰ ਕੋਈ ਬਹੁਤਾ ਵੱਡਾ ਅੰਤਰ ਨਹੀਂ ਆਇਆ। ਦੱਸਦੇ ਹਨ ਮੱਲ ਤਖਤ ਬੈਠਾ ਗੁਰ ਖੱਟੀਐ। ਗੁਰੂ ਦੀ ਖੱਟੀ ਦਾ ਤਖਤ ਮੱਲ ਕੇ ਭਾਈ ਲਹਿਣਾ ਜੀ ਗੁਰੂ ਅੰਗਦ ਰੂਪ ਹੋ ਕੇ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਉੱਪਰ, ਉਹਨਾਂ ਦੀ ਥਾਂ ਦੇ ਉੱਪਰ, ਗੁਰੂ ਨਾਨਕ ਸਾਹਿਬ ਦੇ ਆਦੇਸ਼ ਦੇ ਵਿੱਚ, ਉਹਨਾਂ ਦੀ ਆਗਿਆ ਦੇ ਵਿੱਚ, ਉਹਨਾਂ ਦੀ ਰਜ਼ਾ ਦੇ ਵਿੱਚ ਬੈਠ ਜਾਂਦੇ ਹਨ। ਕਰੈ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚਟੀਐ। ਕਰੈ ਜੇ ਗੁਰ ਫਰਮਾਇਆ, ਭਾਈ ਲਹਿਣਾ ਜੀ ਉਹੀ ਕਰਦੇ ਹਨ ਜੇ ਗੁਰ ਫਰਮਾਇਆ, ਜੋ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਫਰਮਾਇਆ ਹੈ, ਜੋ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਹੈ। ਹੁਕਮ ਦੇ ਵਿੱਚ ਗੁਰੂ ਅੰਗਦ ਸਾਹਿਬ ਚੱਲਦੇ ਹਨ। ਜਿਵੇਂ ਜਿਵੇਂ ਹੁਕਮ ਹੋਇਆ ਸੰਗਤ ਦੀ ਅਗਵਾਈ ਕਰਨ ਦਾ, ਜਿਵੇਂ ਜਿਵੇਂ ਹੁਕਮ ਹੋਇਆ ਧਰਮ ਪ੍ਰਚਾਰ ਕਰਨ ਦਾ, ਜਿਵੇਂ ਜਿਵੇਂ ਹੁਕਮ ਹੋਇਆ ਸੰਗਤ ਨੂੰ ਸੇਧ ਪ੍ਰਦਾਨ ਕਰਨ ਦਾ, ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਹੁਕਮ ਦੇ ਵਿੱਚ ਕਾਰਜ ਸਾਰੇ ਦਾ ਸਾਰਾ ਕਰਦੇ ਪਏ ਨੇ। ਕਹਿੰਦੇ ਕਰੈ ਜੇ ਗੁਰ ਫਰਮਾਇਆ, ਜੋ ਗੁਰੂ ਨੇ ਫਰਮਾਇਆ ਨਾ ਉਹੀ ਕਰਦੇ ਨੇ। ਤੇ ਇਹ ਕਾਰਜ ਕਰਨਾ ਇਉਂ ਹੈ ਸਾਧ ਸੰਗਤ, ਸੈਲ ਜੋਗ ਅਲੂਣੀ ਚੱਟੀ ਹੈ। ਜਿਵੇਂ ਆਲੂਣੀ ਸੈੱਲ ਨੂੰ ਚੱਟਣਾ ਹੋਵੇ, ਭਾਵ ਬਹੁਤਾ ਬਿਖਮ ਕਾਰਜ, ਬਹੁਤਾ ਔਖਾ ਕਾਰਜ, ਬਹੁਤਾ ਹੀ ਜ਼ਿਆਦਾ ਔਖਾ ਕਾਰਜ ਹੈ ਗੁਰੂ ਨਾਨਕ ਸਾਹਿਬ ਵਾਲੀ ਗੱਦੀ ਦੇ ਉੱਪਰ ਬੈਠ ਕੇ ਸੰਗਤ ਦੀ ਅਗਵਾਈ ਕਰਨੀ। ਕਿੱਥੇ ਤੇ ਪਹਿਲੇ ਭਾਈ ਲਹਿਣਾ ਜੀ ਆਪਣੇ ਪਰਿਵਾਰ 'ਚ ਰਹਿੰਦੇ ਸਨ, ਘਰੇਲੂ ਜ਼ਿੰਮੇਵਾਰੀਆਂ ਸਨ, ਬਸ ਉਹਨਾਂ ਨੂੰ ਨਿਭਾਉਂਦੇ ਸਨ। ਜਦੋਂ ਸਮਾਂ ਮਿਲਿਆ ਤੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ, ਸੰਗਤ ਵਿੱਚ ਆਏ ਤੇ ਉੱਥੇ ਰਹਿ ਕੇ ਸੇਵਾ ਕਮਾਈ। ਪਰ ਜਦੋਂ ਹੁਣ ਗੁਰੂ ਨਾਨਕ ਸਾਹਿਬ ਨੇ ਬਾਂਹ ਤੋਂ ਫੜ ਕੇ ਗੱਦੀ ਤੇ ਬਿਠਾਲ ਦਿੱਤਾ ਨਾ, ਹੁਣ ਪਰਿਵਾਰ ਬਹੁਤ ਵੱਡਾ ਹੋ ਗਿਆ, ਹੁਣ ਜ਼ਿੰਮੇਵਾਰੀ ਬਹੁਤ ਵੱਡੀ ਹੋ ਗਈ। ਹੁਣ ਕੇਵਲ ਬਾਬਾ ਦਾਤੂ ਤੇ ਬਾਬਾ ਦਾਸੂ ਜੀ ਨਹੀਂ, ਬੀਬੀ ਅਮਰੋ ਤੇ ਬੀਬੀ ਅਨੋਖੀ, ਕੇਵਲ ਇਹ 4 ਬੱਚੇ ਨਹੀਂ, ਹੁਣ ਜਿੰਨੀ ਵੀ ਸਿੱਖ ਸੰਗਤ ਹੈ ਉਹਨਾਂ ਸਾਰਿਆਂ ਦਾ ਖਿਆਲ ਰੱਖਣਾ ਵਾ, ਉਹਨਾਂ ਸਾਰਿਆਂ ਦੀ ਅਗਵਾਈ ਕਰਨੀ ਹੈ। ਤੇ ਜਿੰਨੇ ਵੀ ਖਤਰੇ ਖੜੇ ਹੋਣੇ ਨੇ, ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਆਏ, ਹੁਣ ਉਹ ਸਾਰੇ ਉਸੇ ਰੂਪ ਦੇ ਵਿੱਚ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਆਉਂਦੇ ਹਨ ਤੇ ਆਏ ਵੀ ਨੇ। ਸਾਧ ਸੰਗਤ, ਸਤਿਗੁਰੂ ਜੀ ਹਾਲੇ ਖਡੂਰ ਸਾਹਿਬ ਦੇ ਵਿੱਚ ਆ ਕੇ ਟਿਕੇ ਹੀ ਸਨ ਕਿ ਉੱਥੋਂ ਦੇ ਤਪੇ ਨੇ ਸਤਿਗੁਰੂ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਗੁਰੂ ਸਾਹਿਬ ਦੇ ਵਿਰੁੱਧ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਲੋਕਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਇਹ ਨਵੇਂ ਆਏ ਨੇ ਜੀ, ਕਈ ਲੋਕ ਇੱਦਾਂ ਹੀ ਦੱਸਦੇ ਆ ਸਾਧ ਸੰਗਤ, ਜਿਨ੍ਹਾਂ ਦਾ ਨਾ ਕੰਮ ਬੰਦ ਹੋਣਾ ਹੁੰਦਾ ਵਾ, ਉਹ ਫਿਰ ਨਵੇਂ ਹੀ ਦੱਸਦੇ ਆ। ਉਹ ਤਪੇ ਨੇ ਵੀ ਗੁਰੂ ਅੰਗਦ ਸਾਹਿਬ ਨੂੰ ਇੱਦਾਂ ਹੀ ਆਖਿਆ ਕੋਣਾ ਵੀ ਮੇਰਾ ਤੇ ਚੰਗਾ ਭਲਾ ਖਡੂਰ 'ਚ ਡੇਰਾ ਚੱਲੀ ਜਾਂਦਾ ਸੀ, ਲੋਕ ਆਈ ਜਾਂਦੇ ਸੀ, ਇਹਨਾਂ ਨੇ ਨਵੇਂ ਹੀ ਆ ਕੇ ਇੱਥੇ ਆਪਣਾ ਕੰਮ ਸ਼ੁਰੂ ਕਰ ਲਿਆ। ਉੱਥੇ ਕਰਤਾਰਪੁਰ ਚੱਲਦਾ ਸੀ, ਵਧੀਆ ਸੀ, ਇੱਥੇ ਆ ਕੇ ਸ਼ੁਰੂ ਕਰ ਲਿਆ, ਹੁਣ ਮੇਰੀ ਗਾਹਕੀ ਨੂੰ ਸੱਟ ਵੱਜੇਗੀ। ਉਹਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਬੇਵਜ੍ਹਾ ਵਿਰੋਧ ਕੀਤਾ।
ਤੇ ਵਿਰੋਧ ਵੀ ਇੰਨਾ ਕੁ ਭਿਆਨਕ ਹੋ ਗਿਆ, ਖੂਨੀ ਝੜਪ ਵੀ ਹੋ ਗਈ ਸੀ। ਉਧਰੋਂ ਉਧਰੀ ਲੜਾਈ ਵੀ ਬੜੀ ਤਕੜੀ ਹੋਈ ਸੀ ਤੇ ਉਸ ਖੂਨੀ ਝੜਪ ਦੇ ਵਿੱਚ ਉਹ ਤਪਾ ਸੀ ਜਿਹੜਾ ਉਹ ਮਾਰਿਆ ਗਿਆ ਸੀ। ਇਹ ਪਹਿਲਾ ਹਮਲਾ ਸੀ, ਜਾਨਲੇਵਾ ਹਮਲਾ ਪਹਿਲਾ ਜੋ ਗੁਰੂ ਸ਼ਖਸੀਅਤ ਦੇ ਉੱਪਰ ਕੀਤਾ ਗਿਆ ਸੀ। ਗੁਰੂ ਨਾਨਕ ਸਾਹਿਬ ਤੇ ਹਮਲੇ ਹੋਏ ਸਨ, ਪਰ ਇੱਦਾਂ ਦੇ ਮਾਰੂ ਹਮਲੇ ਨਹੀਂ ਸਨ ਕਦੇ ਹੋਏ ਵੀ ਕੋਈ 100-150 ਬੰਦਾ ਡਾਂਗਾ ਸੋਟੀਆਂ ਗੰਡਾਸੇ ਚੱਕ ਕੇ ਆ ਗਿਆ ਹੋਵੇ ਤੇ ਸਿੱਧਾ ਹੀ ਕੁੱਟਣ ਮਾਰਨ ਪੈ ਗਿਆ ਹੋਵੇ। ਹਾਲੇ ਤੱਕ ਗੁਰੂ ਨਾਨਕ ਸਾਹਿਬ ਦੇ ਸਮੇਂ 'ਚ ਇੱਦਾਂ ਨਹੀਂ ਸੀ ਵਾਪਰਿਆ। ਹਾਂ, ਬਾਬਰ ਨੇ ਕੈਦ ਕੀਤੀ ਸੀ, ਜੇਲ੍ਹ 'ਚ ਵੀ ਕੁਝ ਸਮਾਂ ਪਾਤਸ਼ਾਹ ਰਹੇ ਸਨ, ਕੁਝ ਲੋਕਾਂ ਨੇ ਵੀ ਪੁੱਠੀਆਂ ਸਿੱਧੀਆਂ ਗੱਲਾਂ ਪਾਤਸ਼ਾਹ ਬਾਰੇ ਕੀਤੀਆਂ ਸਨ, ਪਰ ਇੰਨੇ ਵੱਡੇ ਤਰੀਕੇ ਨਾਲ ਵਿਰੋਧ ਨਹੀਂ ਸੀ ਹੋਇਆ ਜਿੰਨੇ ਵੱਡੇ ਤਰੀਕੇ ਨਾਲ ਗੁਰੂ ਅੰਗਦ ਸਾਹਿਬ ਦਾ ਵਿਰੋਧ ਕੀਤਾ ਗਿਆ ਸੀ। ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੇਵਕ ਬਾਬਾ ਅਮਰਦਾਸ ਸੰਗਤ ਦੀ ਅਗਵਾਈ ਕਰ ਰਹੇ ਸਨ ਤੇ ਉਹਨਾਂ ਨੇ ਫਿਰ ਅਗਵਾਈ ਇਹੋ ਜਿਹੀ ਕੀਤੀ, ਪਰ ਖੱਚੇ ਉਡਾ ਦਿੱਤੇ ਉਸ ਤਪੇ ਦੇ। ਉਹ ਗਿਆ ਪਰੇ, ਜਿਹੜੀ ਆਪਣੀ ਕੀਤੀ ਸੀ ਉਸੇ ਤਰ੍ਹਾਂ ਉਹ ਭੋਗ ਕੇ ਉਹਨੂੰ ਚਲਾ ਗਿਆ। ਸੋ ਇਹ ਪਹਿਲੀ ਲੜਾਈ ਸੀ, ਇਹ ਪਹਿਲਾ ਹਮਲਾ ਸੀ ਗੁਰੂ ਘਰ ਦੇ ਉੱਪਰ ਜੋ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਅੰਗਦ ਸੱਚੇ ਪਾਤਸ਼ਾਹ ਤੇ ਕੀਤਾ ਗਿਆ। ਇੱਥੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਵਾ ਬਈ ਸਿੱਲ ਜੋਗ ਅਲੂਣੀ ਚੱਟੀ ਹੈ, ਇਹਦੇ ਅਰਥ ਕੀ ਨੇ। ਇਹ ਕਿੰਨਾ ਔਖਾ ਕਾਰਜ ਸੀ। ਇੱਥੇ ਖਤਰਾ ਹਰ ਵੇਲੇ ਬਣਿਆ ਹੋਇਆ ਸੀ, ਕਿਸੇ ਪਾਸਿਓਂ ਕੋਈ ਵੀ ਵੈਰੀ, ਕੋਈ ਵੀ ਵਿਰੋਧੀ ਕੁਝ ਵੀ ਕਰ ਸਕਦਾ ਵਾ। ਤੇ ਪੰਜਵੀਂ ਗੱਦੀ ਤੱਕ ਜਾਂਦਿਆਂ ਜਾਂਦਿਆਂ ਜੋ ਹੋਇਆ ਉਹ ਸਾਧ ਸੰਗਤ ਆਪਣੇ ਸਾਰਿਆਂ ਦੇ ਸਾਹਮਣੇ ਹੈ। ਸਿੱਲ ਜੋਗ ਅਲੂਣੀ ਚੱਟੀ ਹੈ, ਇਹਦੇ ਅਰਥ ਜੇ ਪੰਜਵੇਂ ਪਾਤਸ਼ਾਹ ਦੇ ਜੀਵਨ ਵਿੱਚੋਂ ਵੇਖਣੇ ਹੋਣ ਤੇ ਤੱਤੀ ਤਵੀ ਤੇ ਬੈਠੇ ਨੇ ਸਤਿਗੁਰੂ ਸੱਚੇ ਪਾਤਸ਼ਾਹ, ਗਰਮ ਰੇਤ ਉਹਨਾਂ ਦੇ ਪਿੰਡੇ ਦੇ ਉੱਪਰ ਪਈ ਹੈ। ਇਹ ਸਭ ਵਿਰੋਧੀਆਂ ਦੇ ਵਿਰੋਧ ਕਰਕੇ ਤੇ ਵਾਪਰਿਆ, ਚੁਗਲਖੋਰਾਂ ਦੀਆਂ ਚੁਗਲੀਆਂ ਕਰਕੇ ਤੇ ਵਾਪਰਿਆ। ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੀ ਗੱਲ ਆਪਾਂ ਲੰਘੇ ਦਿਨਾਂ 'ਚ ਕਰਕੇ ਖਟੇ ਹਾਂ। ਹਰ ਭਗਤ ਨਿਰੰਜਨੀਆ, ਉਹ ਚੁਗਲਖੋਰ, ਉਹਨੇ ਇੱਕ ਚੁਗਲੀ ਕੀਤੀ ਤੇ ਉਹਦਾ ਕਿੰਨਾ ਵੱਡਾ ਕਿੰਨਾ ਮਹਿੰਗਾ ਮੁੱਲ ਤਾਰਨਾ ਪਿਆ ਭਾਈ ਤਾਰੂ ਸਿੰਘ ਜੀ ਨੂੰ। ਚੁਗਲੀ ਕਰਨ ਵਾਲਾ ਤੇ ਕਰਕੇ ਲੰਘ ਜਾਂਦਾ ਜੀ, ਪਿੱਛੋਂ ਉਹਦੇ ਜਿਹੜੇ ਸਿੱਟੇ ਨਿਕਲਦੇ ਆ ਨਾ, ਪਿੱਛੋਂ ਉਹਦਾ ਜਿਹੜਾ ਨੁਕਸਾਨ ਕੁਝ ਲੋਕਾਂ ਨੂੰ ਉਠਾਉਣਾ ਪੈਂਦਾ ਵਾ ਨਾ, ਉਹ ਬਹੁਤ ਭਾਰੀ ਤੇ ਬਹੁਤ ਮਹਿੰਗਾ ਹੁੰਦਾ ਵਾ। ਇਸ ਲਈ ਸਾਧ ਸੰਗਤ ਅਕਸਰ ਬੇਨਤੀ ਕਰਦਾ ਗੁਨਾ ਵਾ ਵੀ ਕਦੇ ਵੀ ਆਪਾਂ ਗੱਲਬਾਤ ਕਰਨ ਤੋਂ ਪਹਿਲਾਂ ਸੋਚਿਆ ਕਰੀਏ ਵੀ ਇਹਨੇ ਅਖੀਰ ਨੂੰ ਜਾਣਾ ਕਿਹੜੇ ਪਾਸੇ ਹੈ, ਕਿਸ ਕਿਸ ਰੂਪ ਦੇ ਵਿੱਚ ਇਹਦੇ ਅਰਥ ਨਿਕਲ ਸਕਦੇ ਨੇ। ਜਿਹਦੀ ਮੈਂ ਗੱਲ ਕਰਨ ਲੱਗਿਆ ਵਾਂ ਉਹਨੂੰ ਕਿੰਨਾ ਕੁ ਨੁਕਸਾਨ ਉਠਾਉਣਾ ਪੈ ਸਕਦਾ ਵਾ, ਕਿਸ ਪਾਸੇ ਨੂੰ ਗੱਲ ਜਾ ਸਕਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਾਰੇ ਇੱਥੇ ਲਿਖਦੇ ਨੇ ਬਈ ਸਿੱਲ ਜੋਗ ਅਲੂਣੀ ਚੱਟੀ ਹੈ। ਇੰਨੀ ਗੱਲ ਭਾਈ ਬਲਵੰਡ ਜੀ ਨੇ ਕਰਕੇ ਗੱਲ ਮੁਕਾਈ ਨਹੀਂ। ਇੰਨੀ ਗੱਲ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਸਾਡੇ ਸਾਹਮਣੇ ਟੂਕ ਮਾਤਰ ਸ਼ਬਦਾਂ ਦੇ ਵਿੱਚ ਲੈ ਕੇ ਆਂਦੀ। ਭਾਈ ਬਹੁਤ ਬਿਖਮ ਕਾਰਜ ਸੀ ਇਹ, ਐ ਨਹੀਂ ਸੀ ਵੀ ਬਸ ਬੈਠ ਕੇ ਮੰਜੀ ਸਾਹਿਬ ਲੱਗੀ ਆ, ਗਦੈਲਾ ਵਿਛਿਆ ਵਾ, ਉੱਤੇ ਚਾਦਰਾਂ ਵਿਛੀਆਂ ਨੇ, ਸਰਾਣੇ ਲੱਗੇ ਨੇ ਤੇ ਇਦਾਂ ਫੁੱਲ ਖਿੰਡੇ ਹੋਏ ਨੇ ਤੇ ਆ ਕੇ ਮਹਾਰਾਜ ਜੀ ਬੈਠ ਜਾਂਦੇ ਨੇ ਤੇ ਹੱਥ ਉੱਚਾ ਕਰਕੇ ਲੰਘ ਜਾਂਦੇ। ਇੰਨਾ ਸੌਖਾ ਕੰਮ ਨਹੀਂ ਸੀ ਇਹ। ਸਿੱਲ ਜੋਗ ਅਲੂਣੀ ਇਹ ਬਹੁਤ ਬਿਖਮ ਕਾਰਜ ਸੀ। ਇਸ ਬਿਖਮ ਕਾਰਜ ਨੂੰ ਜਿਸ ਰੂਪ ਦੇ ਵਿੱਚ ਭਾਈ ਲਹਿਣਾ ਜੀ ਨੇ ਸੰਭਾਲਿਆ ਨਾ ਸਾਧ ਸੰਗਤ, ਜਿਹੜੀ ਘਾਲਣਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਹੈ, ਉਹ ਤੋਂ ਸਦਕੇ ਹੀ ਜਾਇਆ ਜਾ ਸਕਦਾ, ਬਸ ਹੋਰ ਕੁਛ ਨਹੀਂ ਕੀਤਾ ਜਾ ਸਕਦਾ। ਉਹ ਤੋਂ ਕੁਰਬਾਨ ਹੋਇਆ ਜਾ ਸਕਦਾ ਵਾ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਨੀਂਹ ਰੱਖੀ ਸਿੱਖੀ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਵਿਰੋਧੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਵੀ ਜੇ ਗੁਰੂ ਅੰਗਦ ਪਾਤਸ਼ਾਹ ਨੂੰ ਅਸੀਂ ਕੰਟਰੋਲ ਕਰ ਲਈਏ ਨਾ ਤੇ ਇਹ ਗੱਲ ਇੱਥੇ ਹੀ ਰਹਿ ਜਾਊਗੀ, ਜੇ ਇਹ ਲੰਘ ਗਏ ਅੱਗੇ ਫਿਰ ਪਤਾ ਨਹੀਂ ਕਿੱਥੋਂ ਤੱਕ ਜਾਏਗੀ। ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਤੇ ਇਸੇ ਪ੍ਰਸੰਗ ਦੇ ਵਿੱਚ ਗੁਰੂ ਅੰਗਦ ਸਾਹਿਬ ਤੇ ਹਮਲਾ ਹੋਇਆ। ਹੋਰ ਪਤਾ ਨਹੀਂ ਕੀ ਕੁਝ ਹੋਇਆ ਹੋਣਾ ਜਿਹੜਾ ਇਤਿਹਾਸ ਦੇ ਪੱਤਰਿਆਂ ਦੇ ਵਿੱਚ ਹੋ ਕੇ ਹੀ ਰਹਿ ਗਿਆ, ਆਪਣੇ ਤੱਕ ਨਹੀਂ ਪਹੁੰਚ ਸਕਿਆ। ਤੇ ਕੇਵਲ ਉਸ ਦਾ ਬਸ ਇੰਨਾ ਕੁ ਦ੍ਰਿਸ਼ਟਾਂਤ ਆਇਆ ਵੀ ਸਿੱਲ ਜੋਗ ਅਲੂਣੀ ਚੱਟੀ ਹੈ। ਭਾਈ ਬਹੁਤ ਔਖਾ ਸੀ ਇਹ ਕਾਰਜ ਗੁਰੂ ਅੰਗਦ ਸਾਹਿਬ ਦਾ, ਬੜਾ ਔਖਾ ਹੁੰਦਾ ਸਾਧ ਸੰਗਤ। ਇੱਕ ਜ਼ਿੰਮੇਵਾਰ ਜਦੋਂ
ਉਹ ਚਲਾ ਜਾਏ, ਉਸ ਤੋਂ ਪਿੱਛੋਂ ਆਪਣੀ ਜ਼ਿੰਮੇਵਾਰੀ ਕਿਸੇ ਨੂੰ ਦੇ ਕੇ ਜਾਵੇ, ਉਹਨੇ ਉਹੀਓ ਕਾਰਜ ਉਸੇ ਜ਼ਿੰਮੇਵਾਰੀ ਨਾਲ ਅੱਗੇ ਲੈ ਕੇ ਜਾਣਾ ਹੋਵੇ, ਬਹੁਤ ਔਖਾ ਹੁੰਦਾ ਵਾ। ਕੀ ਖਤਰੇ ਸਨ, ਪਹਿਲੀ ਤੇ ਇਹ ਝਲਕ ਦੇ ਦਿੱਤੀ, ਤੇ ਅੱਗੇ ਹੋਰ ਵੀ ਆਉਣ ਵਾਲੇ ਤੁਕਾਂ ਦੇ ਵਿੱਚ ਲਿਖਦੇ ਹਨ। ਲੰਗਰ ਚੱਲੈ ਗੁਰ ਸ਼ਬਦ, ਹਰ ਟੋਟ ਨਾ ਆਵੀ ਖਟੀਐ। ਲੰਗਰ ਚੱਲੈ ਗੁਰ ਸ਼ਬਦ, ਹਰ ਟੋਟ ਨਾ ਆਵੀ ਖਟੀਐ। ਲੰਗਰ ਚੱਲੈ, ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀ ਚੱਲ ਰਿਹਾ ਜੀ? ਲੰਗਰ ਚੱਲੈ, ਲੰਗਰ ਚੱਲ ਰਿਹਾ। ਲੰਗਰ ਕਾਹਦਾ ਚੱਲ ਰਿਹਾ ਹੈ? ਗੁਰ ਸ਼ਬਦ, ਗੁਰੂ ਦੇ ਸ਼ਬਦ ਦੀ ਰਾਹੀਂ ਲੰਗਰ ਚੱਲ ਰਿਹਾ ਵਾ। ਤੇ ਵੰਡਿਆ ਕੀ ਜਾ ਰਿਹਾ ਜੀ ਲੰਗਰ ਵਿੱਚ? ਗੁਰ ਸ਼ਬਦ, ਹਰ ਪਰਮਾਤਮਾ ਦਾ ਨਾਮ। ਜਿੱਦਾਂ ਲੰਗਰ 'ਚ ਨਾ ਬਾਲਟੀਆਂ 'ਚ ਖੀਰ ਭਰ ਭਰ ਕੇ ਕੜਛਿਆਂ ਨਾਲ ਵਰਤਾਈ ਜਾਂਦੀ ਆ, ਉਹ ਤੇ ਬਾਲਟੀਆਂ ਤੇ ਕੜਛਿਆਂ ਨਾਲ ਵੰਡੀ ਤੇ ਖੀਰ ਜਾ ਰਹੀ ਆ ਨਾ। ਗੁਰੂ ਦੇ ਸ਼ਬਦ ਦੀ ਰਾਹੀਂ ਵੰਡਿਆ ਕੀ ਜਾ ਰਿਹਾ ਜੀ? ਪਰਮੇਸ਼ਰ ਦਾ ਨਾਮ, ਰੱਬ ਜੀ ਦੀ ਪ੍ਰੇਮਾ ਭਗਤੀ, ਰੱਬ ਜੀ ਦੀ ਉਸਤਤ ਵਡਿਆਈ। ਗੁਰੂ ਦੇ ਸ਼ਬਦ ਦੀ ਰਾਹੀਂ ਇੱਕ ਬੜੀ ਪਿਆਰੀ ਜੀਵਨ ਜਾਂਚ ਉਹ ਵੰਡੀ ਜਾ ਰਹੀ ਆ, ਉਹ ਵਰਤਾਈ ਜਾ ਰਹੀ ਆ। ਮਹਾਰਾਜ ਜੀ ਖਿਮਾ ਕਰਨੀ, ਭਾਈ ਸੱਤਾ ਤੇ ਬਲਵੰਡ ਜੀ ਲਿਖਦੇ ਨੇ, ਕਹਿੰਦੇ ਲੰਗਰ ਚੱਲੈ ਗੁਰ ਸ਼ਬਦ ਹਰ, ਟੋਟ ਨਾ ਆਵੀ। ਇਹ 'ਚ ਕੋਈ ਤੋਟ ਨਹੀਂ ਆ ਰਹੀ, ਖੱਟੀ ਹੈ। ਇੱਥੋਂ ਹਰ ਕੋਈ ਲਾਹਾ ਖੱਟ ਰਿਹਾ ਵਾ। ਜੋ ਵੀ ਸੰਗਤ ਵਿੱਚ ਆਉਂਦਾ ਨਾ, ਸ਼ਰਨ ਵਿੱਚ ਆਉਂਦਾ, ਜਦੋਂ ਉੱਥੇ ਸਤਿਗੁਰੂ ਦੀ ਸੰਗਤ ਵਿੱਚ ਗੁਰੂ ਦੇ ਸ਼ਬਦ ਦਾ ਲੰਗਰ ਵਰਤਾਇਆ ਜਾ ਰਿਹਾ, ਨਾਮ ਪਦਾਰਥ ਵੰਡਿਆ ਜਾ ਰਿਹਾ ਵਾ, ਜੋ ਵੀ ਜਾ ਰਹੇ ਨੇ ਸਾਰੇ ਝੋਲੀਆਂ ਭਰ ਭਰ ਕੇ ਲੈ ਕੇ ਆ ਰਹੇ ਨੇ। ਤੇ ਇਹ ਜਿਹੜੀ ਦਾਤ ਆ ਨਾ, ਇਹ ਖਤਮ ਨਹੀਂ ਹੁੰਦੀ ਪਈ। ਪਾਤਸ਼ਾਹ ਦਾ ਬਚਨ ਹੈ ਨਾ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹਿ ਖਰਚ ਧਨ ਮਾਲ। ਇਹ ਸ਼ਬਦ ਦੇ ਵਿੱਚ ਕਦੀ ਤੋਟ ਨਹੀਂ ਆਉਂਦੀ ਭਾਈ, ਕਦੀ ਵੀ ਘਾਟਾ ਨਹੀਂ ਪੈਂਦਾ ਹੈ। ਖਰਚ ਦਿੱਤ ਖਸਮ ਦੀ, ਆਪ ਖੈਂਦੀ ਖੈਰ ਦਬਟੀਐ। ਖਰਚੇ ਦਿੱਤ ਖਸਮ ਦੀ, ਖਸਮ ਤੋਂ ਭਾਵ ਮਾਲਕ, ਤੇ ਇੱਥੇ ਭਾਵ ਅਰਥ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਹੈ। ਖਰਚੇ ਦਿੱਤ ਖਸਮ ਦੀ, ਗੁਰੂ ਨਾਨਕ ਜੀ ਮਹਾਰਾਜ ਨੇ ਇਹ ਖਰਚ, ਕਿਹੜਾ ਖਰਚ ਜੀ? ਗੁਰ ਸ਼ਬਦ ਦਾ ਖਰਚ, ਗੁਰ ਸ਼ਬਦ ਦਾ ਲੰਗਰ ਆਪ ਦਿੱਤਾ। ਖਰਚੇ ਦਿੱਤ ਖਸਮ ਦੀ, ਗੁਰੂ ਨਾਨਕ ਜੀ ਮਹਾਰਾਜ ਨੇ ਸ਼ਬਦ ਦਾ ਗੱਫਾ ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਸਾਹਿਬ ਨੂੰ ਆਪ ਦੇ ਦਿੱਤਾ। ਗੁਰੂ ਅੰਗਦ ਸਾਹਿਬ ਨੇ ਕੀ ਕੀਤਾ? ਆਪ ਖਹਿੰਦੀ, ਪਹਿਲੇ ਤੇ ਉਹਨਾਂ ਨੇ ਆਪ ਖਾਧੀ, ਇਹ ਦਾਤ ਆਪ ਵਰਤੀ। ਪਹਿਲੇ ਤੇ ਸ਼ਬਦ ਦੇ ਨਾਲ ਆਪਣੇ ਆਪੇ ਨੂੰ ਪਵਿੱਤਰ ਕਰਕੇ ਗੁਰੂ ਵਿੱਚ ਅਭੇਦ ਕੀਤਾ। ਫਿਰ ਕੀ ਕੀਤਾ ਜੀ? ਖੈਰ ਦਵੱਟੀ ਹੈ। ਦਵੱਟੀ ਦਾ ਅਰਥ ਦਵਾ ਦਵ ਵੰਡ ਦੇਣਾ, ਦਬਾ ਦਬ ਵੰਡ ਦੇਣਾ। ਕਈ ਹੁੰਦੇ ਹਨ, ਕੁਝ ਵਰਤਾਵੇ ਤੇ ਹੁੰਦੇ ਹੌਲੀ ਹੌਲੀ ਪ੍ਰੇਮ ਨਾਲ ਪ੍ਰਸ਼ਾਦਾ ਵੰਡਦੇ ਨੇ ਨਾ। ਕੜਾਹ ਪ੍ਰਸ਼ਾਦ ਇੱਦਾਂ ਸੰਗਤ ਬਹੁਤ ਬੈਠੀ ਹੋਵੇ, ਕਈ ਪ੍ਰੇਮੀ ਤੇ ਹੌਲੀ ਹੌਲੀ ਵਰਤਾਉਂਦੇ, ਕਈ ਦਵਾ ਦਬ ਵਰਤਾਈ ਜਾਂਦੇ ਹੁੰਦੇ। ਦਵਾ ਦਬ ਵੀ ਕੋਈ ਰਹਿ ਨਾ ਜਾਏ, ਫਟਾਫਟ ਵਰਤਾ ਦਈਏ। ਦਵੱਟੀ ਦਾ ਅਰਥ ਵੀ ਦਵਾ ਦਬ ਵਰਤਾ ਦੇਣਾ। ਹੁਣ ਕਹਿਣ ਲੱਗੇ ਭਾਈ ਲਹਿਣਾ ਜੀ ਨੇ ਗੁਰੂ ਦਾ ਸ਼ਬਦ ਪਹਿਲੇ ਤੇ ਆਪ ਆਪਣੇ ਅੰਦਰ ਧਾਰਨ ਕਰਕੇ ਆਪਣੇ ਆਪੇ ਨੂੰ ਗੁਰੂ ਨਾਨਕ 'ਚ ਅਭੇਦ ਕੀਤਾ। ਫਿਰ ਇਹ ਜਿਹੜਾ ਸ਼ਬਦ ਸੀ ਨਾ, ਦਬਾ ਦਬ ਸੰਗਤ 'ਚ ਵਰਤਾਉਣਾ ਸ਼ੁਰੂ ਕਰ ਦਿੱਤਾ, ਸੰਗਤ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਵੀ ਕੋਈ ਸ਼ਬਦ ਤੋਂ ਖਾਲੀ ਰਹਿ ਨਾ ਜਾਵੇ, ਸ਼ਬਦ ਤੋਂ ਵਾਂਝਾ ਕੋਈ ਵੀ ਨਾ ਰਹੇ। ਹੋਵੇ ਸਿਫਤ ਖਸਮ ਦੀ, ਨੂਰ ਅਰਸਾਂ ਕੁਰਸਾਂ ਝਟੀਐ। ਤੇ ਇਹ ਹੁਣ ਦਰਬਾਰ ਦੀ ਮਹਿਮਾ ਆ ਜੀ। ਜਿੱਦਾਂ ਆਪਾਂ ਦਰਬਾਰ 'ਚ ਬੈਠੇ ਆ ਨਾ, ਗੁਰੂ ਦੇ ਦਰਬਾਰ 'ਚ, ਗੁਰੂ ਅੰਗਦ ਸਾਹਿਬ ਦੇ ਦਰਬਾਰ ਦੀ ਮਹਿਮਾ ਗਾ ਰਹੇ ਨੇ। ਕਹਿਣ ਲੱਗੇ ਹੋਵੇ ਸਿਫਤ ਖਸਮ ਦੀ, ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਸਦਾ ਹੀ ਮਾਲਕ ਦੀ ਸਿਫਤ ਹੁੰਦੀ ਹੈ, ਰੱਬ ਦੀ ਵਡਿਆਈ ਹੁੰਦੀ, ਗੁਰੂ ਨਾਨਕ ਸਾਹਿਬ ਦੀ ਸ਼ੋਭਾ ਕੀਤੀ ਜਾਂਦੀ ਹੈ। ਨੂਰ ਅਰਸੋਂ ਕੁਰਸੋਂ ਝੱਟੀ ਹੈ। ਅਰਸੋਂ ਕੁਰਸੋਂ ਦਾ ਅਰਥ ਅਰਸ਼ਾਂ ਤੋਂ, ਉੱਪਰੋਂ ਤਾਂ ਤੋਂ। ਕਹਿੰਦੇ ਭਾਈ ਇਉਂ ਜਾਪਦਾ ਵਾ
ਬਈ ਉੱਪਰੋਂ ਨੂਰ ਹੀ ਨੂਰ ਝੜ ਰਿਹਾ ਹੋਵੇ। ਗੁਰੂ ਅੰਗਦ ਸਾਹਿਬ ਦਾ ਦਰਬਾਰ ਇਦਾਂ ਦਾ ਵਾ ਜਿਸ ਦਰਬਾਰ ਵਿੱਚ ਹਰ ਵੇਲੇ ਮਾਲਕ ਦੀ, ਅਕਾਲ ਪੁਰਖ ਦੀ ਮਹਿਮਾ ਹੋ ਰਹੀ, ਸਿਫਤ ਹੋ ਰਹੀ, ਗੁਣਗਾਨ ਕੀਤਾ ਜਾ ਰਿਹਾ ਵਾ। ਤੇ ਉਸ ਦਰਬਾਰ ਨੂੰ ਵੇਖ ਕੇ ਇਉਂ ਲੱਗਦਾ ਜਿਵੇਂ ਅਰਸ਼ਾਂ ਤੋਂ ਫੁੱਲ ਘਿਰ ਰਹੇ ਹੋਣ, ਜਿਵੇਂ ਅਰਸ਼ਾਂ ਤੋਂ ਬਰਸਾਤ ਹੋ ਰਹੀ ਹੋਵੇ, ਝੜੀ ਲੱਗੀ ਹੋਵੇ, ਸ਼ੋਭਾ ਹੀ ਸ਼ੋਭਾ ਨਿਰੰਤਰ ਵਧਾਈ ਜਾ ਰਹੀ ਹੋਵੇ। ਇੱਕ ਅਲੰਕਾਰ ਬਣਾਇਆ ਹੈ ਸਾਧ ਸੰਗਤ। ਇਸ ਅਲੰਕਾਰ ਤੋਂ ਭਾਵ ਇਹ ਨਹੀਂ ਲੈਣਾ ਵੀ ਸੱਚਮੁੱਚ ਫੁੱਲਾਂ ਦੀ ਵਰਖਾ ਕੀਤੀ ਜਾਵੇ, ਵਰਸਾਏ ਜਾਣ, ਹੈ ਨਾ ਜੀ। ਕਈ ਵਾਰੀ ਨਾ ਇੱਦਾਂ ਫੁੱਲਾਂ ਦੀ ਵਰਖਾ ਨੂੰ ਲੈ ਕੇ ਵੀ ਗੱਲਾਂ ਬਾਤਾਂ ਹੋਣ ਲੱਗ ਪੈਂਦੀਆਂ ਨੇ। ਗੁਰਬਾਣੀ ਨੇ ਤੇ ਪਹਿਲਾਂ ਹੀ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਨਖੇੜਾ ਕਰਕੇ ਦੱਸ ਦਿੱਤਾ ਹੋਇਆ ਵਾ। ਜਿੱਥੇ ਮੰਦਰ ਦੀ ਗੱਲ ਆਈ, ਭਗਤ ਬਾਣੀ ਦੇ ਵਿੱਚ ਬਾਕਾਇਦਾ ਲਿਖਿਆ ਗਿਆ, ਪਹਿਲਾਂ ਬਾਸ ਲਈ ਹੈ ਭਵਰੈ। ਕਹਿੰਦੇ ਭਾਈ ਤੁਸੀਂ ਫੁੱਲਾਂ ਨੂੰ ਲਿਆ ਕੇ ਕਹਿੰਦੇ ਹੋ ਬਈ ਅਸੀਂ ਥਾਂ ਨੂੰ ਫੁੱਲਾਂ ਦੀ ਬਰਸਾਤ ਕਰਕੇ, ਹੈ ਨਾ, ਵੀ ਉਹਦੇ ਨਾਲ ਥਾਂ ਦੀ ਸ਼ੋਭਾ ਵਧਾਉਣੇ ਆ। ਇਹਨਾਂ ਫੁੱਲਾਂ ਤੇ ਪਹਿਲਾਂ ਹੀ ਮੱਖੀਆਂ ਬੈਠੀਆਂ ਹੋਈਆਂ, ਝੂਠੇ ਕਰਤੇ ਉਹਨਾਂ ਨੇ, ਹੈ ਨਾ, ਉੱਥੇ ਬੈਠੀਆਂ ਨੇ, ਉਹਨਾਂ ਨੇ ਖਾਧਾ ਵੀ ਆ, ਉਹਨਾਂ ਨੇ ਗੰਦਾ ਵੀ ਕੀਤਾ ਹੋਣਾ, ਤੇ ਫਿਰ ਉਹ ਲਿਆ ਕੇ ਉਹਦੇ ਨਾਲ ਸ਼ੋਭਾ ਵਧਾਉਣੀ ਚਾਹੁੰਦੇ ਹੋ ਤੁਸੀਂ। ਇਹ ਕਿੱਥੋਂ ਦੀ ਗੱਲ ਹੈ? ਇਹ ਗੁਰਬਾਣੀ 'ਚ ਲਿਖੀਆਂ ਗੱਲਾਂ ਨੇ ਸਾਧ ਸੰਗਤ। ਬੇਨਤੀ ਨੂੰ ਸਮਝਿਓ, ਗੁਰਬਾਣੀ ਦੀ ਅਸਲ ਸ਼ੋਭਾ ਹੈ ਸਿੱਖ ਦਾ ਆਪਣਾ ਸਰੀਰ ਹੈ ਨਾ, ਇਹਦਾ ਸਭ ਤੋਂ ਉੱਚਾ ਹਿੱਸਾ ਕਿਹੜਾ ਜੀ? ਆ ਮਨ। ਇਦੋਂ ਉੱਪਰ ਤੇ ਆਪਣੇ ਸਰੀਰ 'ਚ ਕੁਛ ਵੀ ਨਹੀਂ ਨਾ। ਤੇ ਸਭ ਤੋਂ ਉੱਚੀ ਥਾਂ ਦੇ ਉੱਪਰ ਸ਼ਬਦ ਨੂੰ ਟਿਕਾਉਣਾ, ਇਹ ਸ਼ਬਦ ਦੀ ਸਭ ਤੋਂ ਵੱਡੀ ਸ਼ੋਭਾ ਹੈ, ਸਭ ਤੋਂ ਵੱਡੀ ਵਡਿਆਈ ਆ। ਚੇਤਾ ਰੱਖਣਾ, ਜਿਨ੍ਹਾਂ ਨੇ ਇਸ ਰੂਪ ਦੇ ਵਿੱਚ ਸ਼ਬਦ ਦੀ ਸ਼ੋਭਾ ਕਰ ਲਈ, ਵਡਿਆਈ ਕਰ ਲਈ, ਉਹਨੂੰ ਹੋਰਨਾਂ ਤਰੀਕਿਆਂ ਦੀ ਲੋੜ ਨਹੀਂ ਰਹਿ ਜਾਏਗੀ। ਹਾਂ, ਗੁਰੂ ਸਾਹਿਬ ਤੋਂ ਚੌਰ ਸਾਹਿਬ ਕਰਨਾ, ਸੁੰਦਰ ਤੋਂ ਸੁੰਦਰ ਰੁਮਾਲਾ ਸਾਹਿਬ ਗੁਰੂ ਸਾਹਿਬ ਲਈ ਲੈ ਕੇ ਆਉਣਾ, ਗੁਰੂ ਸਾਹਿਬ ਦਾ ਪ੍ਰਕਾਸ਼ ਅਸਥਾਨ ਉਹਨੂੰ ਵਧੀਆ ਤੋਂ ਵਧੀਆ ਤਰੀਕੇ ਨਾਲ ਸਜਾ ਕੇ ਰੱਖਣਾ, ਇਹ ਅਦਬ ਸਤਿਕਾਰ ਕਰਨਾ ਆਪਣਾ ਸਾਰਿਆਂ ਦਾ ਫਰਜ਼ ਹੈ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪਣੇ ਗੁਰੂ ਹਨ। ਸਿੱਖਾਂ 'ਚ ਤੇ ਏਡੀ ਪ੍ਰੇਮ ਤੇ ਭਾਵਨਾ ਹੋਇਆ ਕਰਦੀ ਵੀ ਜੋ ਵੀ ਚੰਗੀ ਚੀਜ਼ ਵੇਖਦੇ ਸਨ ਉਹ ਕਹਿੰਦੇ ਸਾਨੂੰ ਗੁਰੂ ਨੂੰ ਅਰਪਣ ਕਰ ਦਈਏ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਾ ਵਿਆਹ ਹੋਣਾ ਸੀ, ਹੀਰਿਆਂ ਜੜਿਆ ਸਿਹਰਾ ਲੈ ਕੇ ਆਂਦਾ, ਸੋਨੇ ਦੀਆਂ ਕਲੀਆਂ ਉਹ ਚਾਹੇ ਲਮਕਾਈਆਂ ਹੋਈਆਂ, ਬਹੁਤਾ ਹੀ ਮਹਿੰਗਾ, ਬਹੁਤਾ ਹੀ ਸੋਹਣਾ। ਰਣਜੀਤ ਸਿੰਘ ਨੂੰ ਲਿਆ ਕੇ ਦਿਖਾਇਆ ਵੀ ਤੁਹਾਡੇ ਸ਼ਹਿਜ਼ਾਦੇ ਦੇ ਸਿਰ ਤੇ ਬੰਨਣਾ। ਉਹ ਕਹਿੰਦਾ ਬੰਨਿਆਂ ਤੇ ਨਹੀਂ ਹਾਲੇ। ਕਹਿੰਦੇ ਨਹੀਂ। ਕਹਿੰਦਾ ਬਹੁਤ ਸੋਹਣਾ, ਬਹੁਤਾ ਹੀ ਕੀਮਤੀ ਆ, ਬਹੁਤਾ ਹੀ ਵਧੀਆ, ਮੇਰਾ ਪੁੱਤਰ ਇਹਦੇ ਲਾਇਕ ਨਹੀਂ ਹੈਗਾ। ਕਹਿੰਦੇ ਜੀ ਫਿਰ ਕੀ ਕਰੀਏ? ਉਹ ਕਹਿੰਦਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਭੇਂਟ ਕਰ ਦਿਓ, ਦਰਬਾਰ ਸਾਹਿਬ ਦੇ ਆਓ, ਇੰਨਾ ਸੋਹਣਾ ਇੰਨਾ ਵਧੀਆ, ਉੱਥੇ ਵਧੀਆ ਲੱਗੇਗਾ। ਉਹਦੇ ਲਈ ਨਾ ਹੈਦਰਾਬਾਦ ਤੋਂ ਇਹਦਾ ਚਾਂਦਣੀ ਭੇਜੀ, ਜ਼ਰੀ ਦੀ ਬਣੀ ਹੋਈ, ਮਹਾਰਾਜਾ ਰਣਜੀਤ ਸਿੰਘ ਵਾਸਤੇ ਹੈਦਰਾਬਾਦ ਦੇ ਨਿਜ਼ਾਮ ਨੇ ਉਚੇਚੇ ਤੌਰ ਤੇ ਭੇਜੀ ਸੀ। ਬਹੁਤੀ ਵਧੀਆ ਸੀ, ਬਹੁਤੀ ਕੀਮਤੀ ਸੀ, ਉਹਦੇ ਉੱਪਰ ਸੋਨੇ ਦੀ ਕਢਾਈ ਹੋਈ ਬਈ, ਬੜੇ ਕੀਮਤੀ ਉਹ 'ਚ ਪੱਥਰ ਹੀਰੇ ਤੇ ਆਦਿਕ ਲੱਗੇ ਹੋਏ, ਬਹੁਤੀ ਵਧੀਆ ਸੀ ਉਹ, ਬਹੁਤ ਮਹਿੰਗੀ। ਮਹਾਰਾਜਾ ਰਣਜੀਤ ਸਿੰਘ ਦੇ ਆਉਣ ਤੋਂ ਪਹਿਲਾਂ ਇੱਦਾਂ ਉਹਦੇ ਤਖਤ ਤੇ ਉਹਦੇ ਸਿੰਘਾਸਣ ਤੇ ਉੱਤੇ ਲਾ ਦਿੱਤੀ ਗਈ। ਦੂਰੋਂ ਦੇਖ ਰਿਹਾ, ਕਹਿੰਦਾ ਬਹੁਤ ਵਧੀਆ, ਬਹੁਤ ਸੋਹਣੀ ਆ, ਤੇ ਮੇਰੇ ਸਿਰ ਤੇ ਇਹ ਲੱਗੇ ਨਾ, ਮੈਂ ਐਡਾ ਯੋਗ ਨਹੀਂ ਆ। ਕਹਿੰਦੇ ਮਹਾਰਾਜਾ ਸਾਹਿਬ ਕੀ ਕਰੀਏ? ਕਹਿੰਦਾ ਗੁਰੂ ਗ੍ਰੰਥ ਸਾਹਿਬ ਲਈ ਭੇਜੋ, ਇਹ ਤੇ ਇੰਨੀ ਮਹਿੰਗੀ, ਇੰਨੀ ਕੀਮਤੀ, ਗੁਰੂ ਗ੍ਰੰਥ ਸਾਹਿਬ ਤੇ ਝੂਲੇ, ਉੱਥੇ ਸ਼ੋਭਾ ਬਣੇਗੀ, ਸਾਡੇ ਤੇ ਸਾਦੀਆਂ ਵੀ ਹੋਣ ਚੱਲ ਜਾਏਗਾ। ਉਹਨੇ ਉਹ ਉੱਥੋਂ ਲਹਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਭੇਜੀ ਸੀ। ਇੱਕ ਚੌਰ ਸਾਹਿਬ ਸੀ ਬੜਾ ਸੋਹਣਾ, ਬੜੀਆਂ ਕੀਮਤੀ ਚੀਜ਼ਾਂ ਸਨ। ਤੇ ਇਹ ਦੱਸਿਆ ਜਾਂਦਾ ਵਾ ਵੀ ਜਦੋਂ 1984 ਦਾ ਹਮਲਾ ਹੋਇਆ ਸੀ ਦਰਬਾਰ ਸਾਹਿਬ ਦੇ ਉੱਪਰ, ਉਸ ਹਮਲੇ ਦੇ ਵਿੱਚ ਭਾਰਤੀ ਹਕੂਮਤ ਦੇ ਵੱਲੋਂ ਜੋ ਭੇਜੇ ਗਏ ਸਨ ਫੌਜੀ, ਉਹਨਾਂ ਵੱਲੋਂ ਉਹ ਜਦੋਂ ਲਾਇਬ੍ਰੇਰੀ ਨੂੰ ਅਗਨ ਭੇਂਟ ਕੀਤਾ, ਸਾੜਿਆ ਅੱਗ ਲਾ ਕੇ, ਉਦੋਂ ਤੋਸ਼ੇਖਾਨੇ ਨੂੰ ਵੀ ਅੱਗ ਲਾਈ ਗਈ ਤੇ ਉਹ ਤੋਸ਼ੇਖਾਨੇ 'ਚ ਪਈਆਂ ਕੀਮਤੀ ਚੀਜ਼ਾਂ ਬੜੀਆਂ ਉਸ ਵੇਲੇ ਰਾਖ ਹੋ ਗਈਆਂ ਸਨ, ਅਗਨ ਭੇਂਟ ਹੋ ਗਈਆਂ ਸਨ। ਬੜਾ ਕੀਮਤੀ ਖਜ਼ਾਨਾ ਉੱਥੇ ਪਿਆ ਹੋਇਆ ਸੀ ਸਿੱਖਾਂ ਦਾ। ਖੈਰ, ਗੱਲਾਂ ਆਪਾਂ ਹੋਰ ਪਾਸੇ ਚਲੇ ਗਏ। ਇੱਥੇ ਜੋ ਬੇਨਤੀ ਆਪਾਂ ਕਰ ਰਹੇ ਸਾਂ
ਬਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ। ਅਰਸ਼ਾਂ ਤੋਂ ਉੱਪਰੋਂ ਭਾਵ ਇੱਥੋਂ ਮਨ ਵਿੱਚੋਂ ਗੁਰੂ ਦੀ ਵਡਿਆਈ ਹੋਵੇ, ਇੱਥੋਂ ਨੂਰ ਵਰਸੇ ਨੂਰ। ਤੇ ਸਾਧ ਸੰਗਤ ਸਤਿਗੁਰੂ ਦੇ ਸ਼ਬਦ ਦਾ ਆਦਰ, ਸਿੱਖ ਦੀ ਸੁਰਤ ਵਿੱਚ ਸ਼ਬਦ ਦਾ ਟਿਕਣਾ, ਇਹ ਸਭ ਤੋਂ ਵੱਡਾ ਆਦਰ ਹੈ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਹੇ ਸੱਚੇ ਪਾਤਸ਼ਾਹ, ਹੇ ਗੁਰੂ ਅੰਗਦ ਮਹਾਰਾਜ, ਤੁਹਾਡਾ ਦੀਦਾਰ ਇਵੇਂ ਦਾ ਹੈ। ਕਿਵੇਂ ਦਾ ਜੀ? ਮਲ ਜਨਮ ਜਨਮ ਦੀ ਕੱਟੀ ਹੈ। ਮੰਨ ਲਓ ਕੋਈ ਤੁਹਾਡਾ ਦਰਸ਼ਨ ਵੀ ਕਰ ਲੈ ਨਾ, ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਗਈ। ਦੀਦਾਰ ਦੇ ਵਿੱਚ ਹੀ ਇੰਨੀ ਪਾਕੀਜ਼ਗੀ ਹੈ, ਇੰਨੀ ਪਵਿੱਤਰਤਾ ਹੈ। ਹੁਣ ਇਹ ਦੀਦਾਰ ਹੈ ਜੀ ਸ਼ਬਦ ਦਾ, ਕਿਉਂਕਿ ਸਤਿਗੁਰੂ ਦੇ ਦਰਬਾਰ ਵਿੱਚ ਲੰਗਰ ਚੱਲਦਾ ਸ਼ਬਦ ਦਾ, ਤੇ ਉਸੇ ਸ਼ਬਦ ਨੇ ਸਤਿਗੁਰੂ ਦੀ ਸ਼ੋਭਾ, ਸ਼ਖਸੀਅਤ, ਪ੍ਰਤਿਭਾ ਨੂੰ, ਤੇਜ ਪ੍ਰਤਾਪ ਨੂੰ ਇਦਾਂ ਦਾ ਬਣਾ ਦਿੱਤਾ, ਜਿਹੜਾ ਵੀ ਕੋਈ ਨਿਮਾਣਾ ਸਿੱਖ ਜਾ ਕੇ ਗੁਰੂ ਦਾ ਦਰਸ਼ਨ ਕਰਦਾ ਨਾ, ਮਨ ਉਹਦੀ ਜਨਮਾਂ ਜਨਮਾਂਤਰਾਂ ਦੀ ਭੁੱਖ ਲੈ ਜਾਂਦੀ ਆ। ਸਤਿਗੁਰੂ ਦਾ ਦਰਸ਼ਨ ਕਰਕੇ ਮਨ ਉਹਦੀ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਆ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਦੀ ਵਡਿਆਈ ਹੈ ਸਾਧ ਸੰਗਤ। ਤੇ ਇਹ ਵਡਿਆਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦੀਦਾਰ ਦੀ, ਗੁਰੂ ਸਾਹਿਬ ਦੇ ਸਰੀਰ ਦੇ ਨਾਲ ਹੈ। ਅੱਜ ਦੇ ਸਮੇਂ ਜੋ ਦੀਦਾਰ ਹੈ ਸਾਧ ਸੰਗਤ, ਉਹ ਸ਼ਬਦ ਦਾ ਹੈ। ਅੱਜ ਜਿਹੜੀ ਮੈਲ ਕੱਟਣੀ ਉਹ ਸ਼ਬਦ ਨੇ ਕੱਟਣੀ, ਸੁਰਤ ਤੋਂ ਕੱਟਣੀ ਹੈ। ਅੱਗੇ ਆਪ ਜੀ ਲਿਖਦੇ ਹਨ, ਸੱਚ ਜੇ ਗੁਰ ਫਰਮਾਇਆ, ਕਿਉਂ ਐਦੋਂ ਬੋਲੋਂ ਹਟੀਐ। ਤੇ ਹੁਣ ਭਾਈ ਸੱਤਾ ਭਾਈ ਬਲਵੰਡ ਜੋ ਇਹ ਵਾਰ ਦੀ ਰਚਨਾ ਕਰ ਰਹੇ ਨੇ, ਬਲਵੰਡ ਜੀ ਲਿਖਣ ਲੱਗੇ, ਕਹਿੰਦੇ ਸੱਚ ਜੇ ਗੁਰ ਫਰਮਾਇਆ, ਉਹ ਸੱਚੀ ਗੱਲ ਜਿਹੜੀ ਗੁਰੂ ਨੇ ਆਪ ਵੀ ਕਹਿ ਦਿੱਤੀ, ਕਿਉਂ ਐਦੋਂ ਬੋਲੋਂ ਹਟੀ ਐ। ਇਹਨੂੰ ਬੋਲਣ ਤੋਂ ਵੀ ਭਾਈ ਕਿਉਂ ਹਟਿਆ ਜਾਵੇ, ਇਹ ਵੀ ਹੁਣ ਕਿਉਂ ਲੁਕਾਈ ਜਾਵੇ। ਉਹ ਗੱਲ ਕਿਹੜੀ ਆ ਜੀ? ਅੱਗੇ ਆਪ ਜੀ ਲਿਖਦੇ ਹਨ, ਪੁੱਤਰੀ ਕਾਲ ਨਾ ਪਾਲਿਓ, ਕਰ ਪੀਰੋਂ ਕੰਨ ਮਰਟੀਐ। ਭਾਈ ਬਲਵੰਡ ਜੀ ਕਹਿਣ ਲੱਗੇ, ਸੱਚ ਜੇ ਗੁਰ ਫਰਮਾਇਆ, ਉਹ ਸੱਚ ਜੋ ਗੁਰੂ ਨੇ ਹੀ ਫਰਮਾ ਦਿੱਤਾ, ਜਿਹਨੂੰ ਬੋਲਣ ਤੋਂ ਰਹਿ ਨਹੀਂ ਸਕਦੇ, ਉਹ ਕੀ ਆ ਜੀ? ਕਹਿਣ ਲੱਗੇ, ਪੁੱਤਰੀ ਕੌਲ ਨਾ ਪਾਲਿਓ। ਗੁਰੂ ਨਾਨਕ ਜੀ ਦੇ ਪੁੱਤਰਾਂ ਨੇ ਨਾ ਗੁਰੂ ਨਾਨਕ ਸਾਹਿਬ ਦੀ ਗੱਲ ਨਹੀਂ ਮੰਨੀ। ਪੁੱਤਰੀ ਗੁਰੂ ਨਾਨਕ ਜੀ ਦੇ ਪੁੱਤਰਾਂ ਨੇ, ਕੌਲ, ਕੌਲ ਦਾ ਅਰਥ ਬੋਲ, ਬਚਨ, ਨਾ ਪਾਲਿਓ, ਉਹ ਨਹੀਂ ਪਾਲਿਆ, ਬਚਨ ਨਹੀਂ ਮੰਨਿਆ। ਕਰ ਪੀਰੋਂ ਕੰਨ ਮੁਰਟੀ ਐ, ਗੁਰੂ ਨਾਨਕ ਸਾਹਿਬ ਵਾਲੇ ਪਾਸਿਓਂ ਤੇ ਮੋਢੇ ਹੀ ਫੇਰ ਕੇ ਰੱਖੇ। ਜਿਵੇਂ ਨਿਆਣੇ ਨੂੰ ਕੋਈ ਗੱਲ ਕਹੋ ਨਾ, ਮੋਢੇ ਮਾਰ ਜਾਂਦਾ, ਉਹਦਾ ਅਰਥ ਕੀ ਹੁੰਦਾ? ਵੀ ਹੁਣ ਨਹੀਂ ਇਹ ਗੱਲ ਮੰਨਦਾ, ਜਦੋਂ ਨਿਆਣਾ ਮੋਢਾ ਮਾਰ ਕੇ ਪਰੇ ਭੱਜ ਜਾਏ। ਹੁਣ ਭਾਈ ਬਲਵੰਡ ਜੀ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਇਦਾਂ ਹੀ ਕੀਤਾ। ਤੇ ਕਹਿੰਦੇ ਭਾਈ ਇਹ ਹਕੀਕਤ ਵੀ ਆ, ਹੈ ਨਾ, ਇਹ ਗੱਲ ਗੁਰੂ ਨੇ ਵੀ ਆਖੀ ਆ, ਤੇ ਇਹ ਗੱਲ ਅਸੀਂ ਵੀ ਕਹਿ ਦਿੰਦੇ ਹਾਂ। ਭਾਈ ਬਲਵੰਡ ਜੀ ਕਹਿੰਦੇ ਵੀ ਗੁਰੂ ਨੇ ਵੀ ਕਹੀ ਆ ਤੇ ਅਸੀਂ ਵੀ ਕਹਿ ਦਿੰਦੇ ਹਾਂ। ਸੋ ਸਾਧ ਸੰਗਤ ਇੱਥੋਂ ਸਮਝ ਲੈਣਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦਿੱਤੀ, ਉਸ ਵੇਲੇ ਤੱਕ ਦੀ ਗੱਲ ਕਰ ਰਹੇ ਹਾਂ ਆਪਾਂ, ਉਸ ਵੇਲੇ ਤੱਕ ਗੁਰੂ ਨਾਨਕ ਸਾਹਿਬ ਦੇ ਸਪੁੱਤਰਾਂ ਨੇ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ ਸੀ ਮੰਨਿਆ। ਹਾਂ, ਉਦੋਂ ਬਾਅਦ ਜਾ ਕੇ ਉਹਨਾਂ ਨੂੰ ਅਹਿਸਾਸ ਹੋਇਆ ਹੋਵੇ ਬਈ ਅਸੀਂ ਭੁੱਲ ਕੀਤੀ, ਸਾਨੂੰ ਤੇ ਇਹ ਰਾਹ ਅਪਣਾਉਣਾ ਚਾਹੀਦਾ ਸੀ, ਤੇ ਗੁਰੂ ਸਾਹਿਬ ਦੇ ਨਾਲ ਮਿਲ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਉਹ ਗੱਲ ਬਾਅਦ ਦੀ ਹੈ ਤੇ ਵੱਖਰੀ ਹੈ, ਤੇ ਵਿਸ਼ਾ ਵੀ ਵੱਖਰਾ ਹੈ। ਪਰ ਇੱਥੇ ਜੋ ਗੱਲ ਹੋ ਰਹੀ ਆ, ਉਹ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਵੇਲੇ, ਗੁਰੂ ਅੰਗਦ ਸਾਹਿਬ ਦੇ ਗੁਰਿਆਈ ਤੇ ਬਿਰਾਜਮਾਨ ਹੋਣ ਵੇਲੇ ਦੀ ਹੋ ਰਹੀ ਆ। ਵੀ ਭਾਈ ਉਸ ਵੇਲੇ ਤੱਕ ਪੁੱਤਰਾਂ ਨੇ ਬਚਨ ਨਹੀਂ ਸੀ ਮੰਨਿਆ, ਤੇ ਗੁਰੂ ਵਾਲੇ ਪਾਸਿਓਂ ਤੇ ਉਹਨਾਂ ਨੇ ਮੋਢੇ ਹੀ ਫੇਰੇ ਸਨ। ਦਿਲ ਖੋਟੈ ਆਕੀ ਫਿਰਨ, ਬਨ ਭਾਰ ਉਚਾਇਨ ਛਟੀਐ। ਦਿਲ ਖੋਟੇ, ਕਹਿੰਦੇ ਦਿਲੋਂ ਖੋਟੇ ਸਨ ਉਸ ਵੇਲੇ।
ਆਕੀ ਫਿਰਨ, ਆਕੀ ਦਾ ਅਰਥ ਹੁੰਦਾ ਜੀ ਬਾਗੀ। ਬਾਗੀ ਵੀ ਜਿਹੜੀ ਗੱਲ ਇੱਕ ਜਣਾ ਕਹਿੰਦਾ ਦੂਜਾ ਉਹਨੂੰ ਮੰਨੇ ਹੀ ਨਾ, ਉਹ ਤੋਂ ਵਿਰੋਧ ਹੀ ਚੱਲੇ, ਦੂਜੇ ਪਾਸੇ ਹੀ ਚੱਲੇ, ਉਹਨੂੰ ਕਹਿੰਦੇ ਨੇ ਬਾਗੀ ਹੋ ਜਾਣਾ। ਕਹਿੰਦੇ ਦਿਲ ਖੋਟੇ ਆਕੀ ਫਿਰਨ, ਦਿਲੋਂ ਭਾਈ ਖੋਟੇ ਸਨ ਤੇ ਗੁਰੂ ਨਾਨਕ ਸਾਹਿਬ ਤੋਂ ਬਾਗੀ ਹੀ ਫਿਰਦੇ ਸਨ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਸਨ ਉਹ ਤੋਂ ਦੂਰ ਸਨ, ਪਰੇ ਸਨ। ਮੇਰੀ ਬੇਨਤੀ ਨੂੰ ਸਮਝਣਾ ਸਾਧ ਸੰਗਤ, ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਆ, ਗੁਰਬਾਣੀ 'ਚ ਲਿਖੀ ਹੋਈ ਆ, ਜਿਹਨੂੰ ਆਪਾਂ ਮੱਥਾ ਟੇਕ। ਮੈਂ ਨਾ ਇੱਕ ਉਦਾਸੀ ਵਿਦਵਾਨ ਦੀ ਕਿਤਾਬ ਪੜ੍ਹ ਰਿਹਾ ਸਾਂ, ਵਾਹਵਾ ਪੁਰਾਣੀ ਕਿਤਾਬ, ਕਿਸੇ ਪਾਸਿਓਂ ਮੇਰੇ ਹੱਥ ਲੱਗੀ ਤੇ ਉਹ ਉਦਾਸੀ ਵਿਦਵਾਨ ਉਹ ਲਿਖਣ ਲੱਗਿਆ। ਉਹਦੇ ਸ਼ਬਦ ਨੇ, ਪੜ੍ਹੀ ਮੈਂ ਵਾਹਵਾ ਸਮਾਂ ਪਹਿਲਾਂ ਸੀ, ਸ਼ਬਦ ਉਰੇ ਪਰੇ ਹੋ ਜਾਣ ਤੇ ਉਹਦੇ ਲਈ ਮੈਂ ਖਿਮਾ ਮੰਗਾਂਗਾ। ਭਾਵ ਉਹਦਾ ਇਹ ਸੀ, ਉਹ ਉਦਾਸੀ ਵਿਦਵਾਨ, ਉਦਾਸੀ ਮੱਤ ਵਾਲੇ ਬਾਬਾ ਸ਼੍ਰੀ ਚੰਦ ਜੀ ਨੂੰ ਆਪਣਾ ਆਗੂ ਮੰਨਦੇ ਨੇ, ਤੇ ਇੱਥੇ ਗੱਲ ਬਾਬਾ ਸ਼੍ਰੀ ਚੰਦ ਹੋਣਾ ਦੀ ਹੋ ਰਹੀ ਆ। ਤੇ ਉਹ ਲਿਖ ਰਿਹਾ ਸੀ, ਕਹਿੰਦਾ ਜਿਸ ਗ੍ਰੰਥ ਵਿੱਚ ਨਾ ਸਾਡੇ ਗੁਰੂ ਦੀ ਰੱਜ ਕੇ ਫੱਟੀ ਪੋਚੀ ਗਈ, ਸਾਡੇ ਕਈ ਭਾਈ ਕਹਿੰਦਾ ਅੱਜ ਵੀ ਉਹਨੂੰ ਮੱਥਾ ਟੇਕਦੇ ਨੇ। ਇਹ ਉਸ ਵਿਦਵਾਨ ਨੇ, ਸ਼ਬਦ ਮੇਰੇ ਉਰੇ ਪਰੇ ਹੋ ਸਕਦੇ ਨੇ, ਪਰ ਉਹਦਾ ਭਾਵ ਗੱਲ ਦਾ ਇਹ ਸੀ, ਸ਼ਬਦ ਕਿਉਂਕਿ ਪੜ੍ਹੀ ਵਾਹਵਾ ਸਮਾਂ ਪਹਿਲਾਂ ਸੀ, ਵਾਹਵਾ ਪੁਰਾਣੀ ਕਿਤਾਬ ਕਿਸੇ ਪਾਸੇ ਉਹ ਹੱਥ ਲੱਗੀ ਤੇ ਉਹਨਾਂ ਇਹ ਗੱਲ ਲਿਖੀ ਸੀ, ਕਹਿੰਦੇ ਜਿਸ ਗ੍ਰੰਥ 'ਚ ਸਾਡੇ ਗੁਰੂ ਦੀ ਭਾਵ ਸ਼੍ਰੀ ਚੰਦ ਜੀ ਦੀ ਰੱਜ ਕੇ ਫੱਟੀ ਪੋਚੀ ਗਈ। ਹੁਣ ਫੱਟੀ ਪੋਚਣ ਵਾਲੀ ਗੱਲ ਹੀ ਹੈ ਜੀ, ਵੀ ਕਹਿੰਦਾ ਉਹਨੂੰ ਸਾਡੇ ਕਈ ਭਾਈ ਕਹਿੰਦਾ ਉਹਨੂੰ ਸਤਿਕਾਰ ਦਿੰਦੇ ਨੇ, ਮੱਥੇ ਟੇਕਣੇ ਪੈ ਰਹੇ ਨੇ ਸਾਨੂੰ। ਸੋ ਉਹ ਉਹਨਾਂ ਦੀ ਆਪਣੀ ਭਾਵਨਾ, ਉਹਨਾਂ ਦੀ ਆਪਣੀ ਗੱਲ ਹੈ। ਮੈਂ ਫਿਰ ਬੇਨਤੀ ਕਰਾਂ, ਸ਼ਬਦ ਉਰੇ ਪਰੇ ਹੋ ਸਕਦੇ ਨੇ, ਭਾਵ ਇਹ ਹੋਈ ਸੀ, ਕਿਤੋਂ ਮਿਲ ਗਈ। ਜੇ ਅੱਜ ਕੱਲ੍ਹ ਮੇਰੇ ਹੱਥ ਲੱਗੀ, ਕੱਲ੍ਹ ਨੂੰ ਉਹ ਸ਼ਬਦਾਵਲੀ ਵੀ ਆਪਾਂ ਦਰੁਸਤ ਕਰ ਲਵਾਂਗੇ ਬਈ ਉਹਨਾਂ ਨੇ ਕੀ ਲਿਖਿਆ ਸੀ ਉੱਥੇ। ਸੋ ਹੁਣ ਇਹ ਦੱਸਦੇ ਹਨ, ਕਹਿੰਦੇ ਦਿਲ ਖੋਟੈ ਆਕੀ ਫਿਰਨ, ਬੰਨ ਭਾਰ ਉਚਾਇਨ ਛੱਟੀ ਹੈ। ਜਿਵੇਂ ਛੇਟਾਂ ਨਹੀਂ ਬੰਨ੍ਹ ਦਿੱਤੀਆਂ ਜਾਂਦੀਆਂ, ਭਾਰ ਉਹਨਾਂ 'ਚ ਲੱਦ ਕੇ ਉਹ ਪਸ਼ੂ ਦੇ ਉੱਪਰ ਲੱਦ ਦਿੱਤੀਆਂ ਜਾਂਦੀਆਂ ਛੇਟਾਂ, ਉਹ 'ਚ ਭਾਰ ਪਾ ਦਿੱਤਾ ਜਾਂਦਾ। ਤੇ ਭਾਈ ਬਲਵੰਡ ਜੀ ਕਹਿਣ ਲੱਗੇ, ਕਹਿੰਦੇ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਨਾ ਇੱਦਾਂ ਹੀ ਕੀਤਾ, ਦਿਲੋਂ ਵੀ ਗੁਰੂ ਨਾਨਕ ਤੋਂ ਪਰੇ ਨੇ, ਗੱਲ ਮੰਨਣ ਤੋਂ ਵੀ ਬਾਗੀ ਨੇ, ਤੇ ਹੰਕਾਰ ਦੀਆਂ ਪੰਡਾਂ ਬੰਨ੍ਹ ਕੇ ਮਾਨੋ ਉਹਨਾਂ ਨੇ ਆਪਣੇ ਸਿਰ ਤੇ ਭਾਰ ਰੱਖ ਰੱਖਿਆ ਹੋਇਆ ਵਾ। ਹੰਕਾਰ ਦੀਆਂ ਪੰਡਾਂ ਬੰਨ੍ਹ ਕੇ ਨਾ, ਕਹਿੰਦੇ ਮਾਨੋ ਉਹਨਾਂ ਨੇ ਆਪਣੇ ਸਿਰ ਦੇ ਉੱਪਰ ਭਾਰ ਬਹੁਤ ਵੱਡਾ ਰੱਖਿਆ ਹੈ। ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨ ਥਟੀਐ। ਜਿਨ ਆਖੀ ਸੋਈ ਕਰੇ, ਜਿਨ ਆਖੀ। ਹੁਣ ਪਹਿਲੀ ਗੱਲ ਤੇ ਇੱਥੇ ਆਈ ਜੀ ਜਿਨ ਆਖੀ, ਭਾਵ ਜਿਹਨੇ ਗੱਲ ਆਖੀ ਦੱਸੀ ਕਰਨਾ। ਦੂਜੀ ਗੱਲ ਆਈ ਜੀ ਸੋਈ ਕਰੇ, ਉਹੀ ਕਰਦਾ ਹੈ। ਤੀਜੀ ਗੱਲ ਆਖੀ, ਆਪ ਜੀ ਕਹਿਣ ਲੱਗੇ ਜਿਨ ਕੀਤੀ, ਤੇ ਜਿਹਨੇ ਉਹ ਗੱਲ ਅੱਗੇ ਜਾ ਕੇ ਕੀਤੀ, ਤਿਨ ਥੱਟੀ ਹੈ। ਥੱਟੀਆ ਦਾ ਅਰਥ ਹੁੰਦਾ ਥਾਪੜਾ ਮਿਲਣਾ, ਥਾਪੜਾ ਮਿਲ ਜਾਣਾ, ਵੀ ਉਹਨੂੰ ਥਾਪੜਾ ਮਿਲਿਆ। ਹੁਣ ਇਹ ਤੇ ਨੇ ਅੱਖਰੀ ਅਰਥ, ਭਾਵ ਰੂਪ ਦੇ ਵਿੱਚ ਇਹਨੂੰ ਸਮਝਣਾ। ਜਿਨ ਆਖੀ ਸੋਈ ਕਰੈ, ਜਿਨ ਕੀਤੀ ਤਿਨ ਥੱਟੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਜੋ ਵਿਚਾਰਧਾਰਾ ਆਖੀ, ਉਹਨਾਂ ਨੇ ਆਪਣੇ ਜੀਵਨ 'ਚ ਉਹਨੂੰ ਨਿਭਾਇਆ। ਅੱਗੇ ਉਹੀ ਸਾਰੀ ਦੀ ਸਾਰੀ ਦਾਤ ਗੁਰਬਾਣੀ ਦੀ ਪੋਥੀ ਦੇ ਰੂਪ ਦੇ ਵਿੱਚ, ਗੁਰੂ ਸ਼ਬਦ ਦੇ ਰੂਪ ਦੇ ਵਿੱਚ ਉਹਨਾਂ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਭੇਂਟ ਕੀਤੀ। ਤੇ ਦੂਜੀ ਤੁਕ ਦਾ ਦੂਜਾ ਹਿੱਸਾ ਉਸ ਪਾਸੇ ਜਾ ਜੁੜਦਾ ਹੈ, ਜਿਨ ਕੀਤੀ। ਤੇ ਗੁਰੂ ਅੰਗਦ ਸਾਹਿਬ ਮਹਾਰਾਜ, ਭਾਈ ਲਹਿਣਾ ਜੀ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਹੋਈ ਜੀਵਨ ਜਾਂਚ ਨੂੰ ਆਪਣੇ ਜੀਵਨ 'ਚ ਧਾਰਨ ਕੀਤਾ, ਤਿੰਨ ਥੱਟੀਆ, ਉਹਨਾਂ ਨੂੰ ਭਾਈ ਥਾਪੜਾ ਵੀ ਮਿਲਿਆ, ਉਹਨਾਂ ਨੂੰ ਥਾਪਨਾ ਵੀ ਮਿਲੀ। ਉਹਨਾਂ ਨੂੰ ਫਿਰ ਗੁਰੂ ਨਾਨਕ ਸਾਹਿਬ ਵਾਲੀ ਜਗ੍ਹਾ ਦੇ ਉੱਪਰ ਬੈਠਣ ਦਾ ਮਾਣ ਵੀ ਪ੍ਰਾਪਤ ਹੋਇਆ, ਉਹ ਵਡਿਆਈ ਵੀ ਉਹਨਾਂ ਦੇ ਹਿੱਸੇ ਵਿੱਚ ਆਉਣਾ ਕੀਤੀ। ਸੋ ਇਸ ਪ੍ਰਕਾਰ ਭਾਈ ਬਲਵੰਡ ਜੀ, ਬਾਬਾ ਬਲਵੰਡ ਜੀ ਕਹਿਣ ਲੱਗੇ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਐਸੀ ਹੈ ਭਾਈ, ਉਹਨਾਂ ਨੇ ਰੱਬੀ ਦਰ ਤੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਮਾਣਿਆ, ਉਹਨਾਂ ਨੂੰ ਵਰਤਾਇਆ। ਅੱਗੇ ਉਹ ਵਡਿਆਈਆਂ ਤੇ ਬਖਸ਼ਿਸ਼ਾਂ ਗੁਰੂ ਅੰਗਦ ਸਾਹਿਬ ਨੂੰ ਸੌਂਪੀਆਂ, ਉਹਨਾਂ ਨੇ ਉਹਨਾਂ ਤੋਂ ਆਨੰਦ ਮਾਣਿਆ,
ਤੇ ਅੱਗੇ ਉਹਨਾਂ ਨੂੰ ਵੰਡਣਾ ਕੀਤਾ। ਇਸ ਪ੍ਰਕਾਰ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਦੇ ਰੂਪ ਦੇ ਵਿੱਚ ਸਥਾਪਨ ਹੋਏ, ਉਸ ਗੱਦੀ ਦੇ ਉੱਪਰ ਬੈਠਣਾ ਕਰਦੇ ਹਨ। ਕਾਣ ਹਾਰੇ ਕਿਨ ਵਟਿਐ। ਦੂਜੀ ਪੌੜੀ ਦੀ ਇਹ ਅੰਤਲੀ ਤੁਕ ਹੈ। ਇਸ ਅੰਤਲੀ ਤੁਕ ਦੇ ਵਿੱਚ ਬਾਬਾ ਬਲਵੰਡ ਜੀ ਨੇ ਨਿਰਣਾ ਦੇ ਦਿੱਤਾ। ਕਹਿੰਦੇ ਭਾਈ ਹੁਣ ਆਹ ਸਾਰੀ ਪੌੜੀ ਪੜ੍ਹ ਕੇ ਤੁਸੀਂ ਦੱਸੋ ਕੌਣ ਹਾਰੇ। ਇਸ ਖੇਡ ਵਿੱਚ, ਗੁਰੂ ਨਾਨਕ ਸਾਹਿਬ ਤੋਂ ਵਡਿਆਈ ਪ੍ਰਾਪਤ ਕਰਨ ਵਾਲੀ ਖੇਡ ਵਿੱਚ ਕੌਣ ਹਾਰੇ? ਹਾਰੇ ਕੌਣ ਨੇ? ਕੌਣ ਓਵੱਟੀਐ? ਓਵੱਟੀਐ ਦਾ ਅਰਥ ਜਿੱਤਣਾ। ਜਿੱਤਿਆ ਕੌਣ ਹੈ? ਹਾਰੇ ਕੌਣ ਨੇ? ਕਹਿੰਦੇ ਭਾਈ ਉਹ ਵੀ ਤੁਸੀਂ ਵੇਖ ਲਓ, ਕਿਉਂ ਹਾਰੇ ਨੇ ਉਹ ਕਾਰਨ ਵੀ ਤੁਸੀਂ ਵੇਖ ਲਓ, ਤੇ ਜਿੱਤਿਆ ਕੌਣ ਹੈ ਉਹ ਵੀ ਤੁਸੀਂ ਵੇਖ ਲਓ, ਜਿੱਤਿਆ ਕਿਉਂ ਹੈ ਉਹ ਵੀ ਵੇਖ ਲਓ। ਦੂਜੀ ਪੌੜੀ ਦੇ ਵਿੱਚ ਆ ਕੇ ਨਾ ਅੰਤ ਦੇ ਉੱਪਰ ਬਾਬਾ ਬਲਵੰਡ ਜੀ ਨੇ ਇਸ ਸਾਰੀ ਪੌੜੀ ਨੂੰ ਸਮੇਟਦਿਆਂ ਹੋਇਆਂ ਸ਼੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੇ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ, ਦੋਵਾਂ ਨੂੰ ਸਾਹਮਣੇ ਰੱਖ ਕੇ ਆਖਣਾ ਕੀਤਾ, ਦੇਖੋ ਭਾਈ ਹਾਰਿਆ ਕੌਣ ਤੇ ਜਿੱਤਿਆ ਕੌਣ, ਵਡਿਆਈ ਕਿਹਨੂੰ ਮਿਲੀ ਤੇ ਖੁੰਝ ਕੌਣ ਗਿਆ ਹੈ ਵਡਿਆਈ ਪ੍ਰਾਪਤ ਕਰਨ ਤੋਂ। ਜੋ ਖੁੰਝਿਆ ਉਹ ਕਿਉਂ ਖੁੰਝਿਆ ਤੇ ਜਿਹਨੇ ਪ੍ਰਾਪਤ ਕੀਤੀ ਉਹਨੇ ਕਿਵੇਂ ਕੀਤੀ। ਗੱਲ ਇੱਥੇ ਕੱਲੀ ਭਾਈ ਲਹਿਣਾ ਤੇ ਗੁਰੂ ਸਾਹਿਬ ਦੇ ਪੁੱਤਰਾਂ ਦੀ ਨਹੀਂ ਹੈ ਸਾਧ ਸੰਗਤ, ਗੱਲ ਅੱਜ ਦੇ ਸਮੇਂ ਆਪਣੀ ਹੈ। ਆਪਾਂ ਕਿਤੇ ਉਹ ਗੱਲਾਂ ਕਰਦੇ ਹੀ ਨਾ ਰਹਿ ਜਾਈਏ, ਆਪਣੇ ਅੰਦਰ ਵੀ ਝਾਤੀ ਮਾਰੀਏ, ਅਸੀਂ ਗੁਰੂ ਸਾਹਿਬ ਤੋਂ ਕੁਝ ਖੱਟਿਆ ਵੀ ਹੈ ਕਿ ਨਹੀਂ ਖੱਟਿਆ। ਕਿਧਰੇ ਉਹ ਪੰਡਾ ਅਸੀਂ ਤੇ ਨਹੀਂ ਆਪਣੇ ਸਿਰ ਤੇ ਚੁੱਕੀ ਫਿਰਦੇ। ਹੋ ਸਕਦਾ ਹੈ ਬਾਬਾ ਸ਼੍ਰੀ ਚੰਦ ਹੋਣਾ ਨੇ ਬਾਅਦ ਚੋਂ ਲਾ ਦਿੱਤੀ ਹੋਵੇ, ਹੈ ਨਾ, ਤੇ ਉਹ ਮੁੜ ਕੇ ਉਹ ਪੰਡਾ ਅਸੀਂ ਆਪਣੇ ਸਿਰ ਦੇ ਉੱਪਰ ਚੁੱਕੀ ਫਿਰਦੇ ਹੋਈਏ ਤੇ ਮੋਢੇ ਉਸੇ ਤਰ੍ਹਾਂ ਗੁਰੂ ਸਾਹਿਬ ਤੋਂ ਫੇਰੇ ਹੋਣ ਜਿਵੇਂ ਪਹਿਲਾਂ ਕਦੀ ਉਹਨਾਂ ਨੇ ਫੇਰੇ ਸਨ। ਕਿਤੇ ਅਸੀਂ ਨਾ ਇਹ ਬਾਜ਼ੀ ਹਾਰ ਕੇ ਚਲੇ ਜਾਈਏ। ਅੱਜ ਦੇ ਸਮੇਂ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਸਾਧ ਸੰਗਤ ਆਪਾਂ ਇਹ ਵੇਖਣਾ ਹੈ, ਇਹ ਨਿਰਣਾ ਕਰਨਾ ਹੈ, ਆਪਣੇ ਜੀਵਨ ਉੱਪਰ ਝਾਤੀ ਮਾਰ ਕੇ ਹੈ। ਦੂਸਰੀ ਬੇਨਤੀ ਮੈਂ ਇੱਥੇ ਕਰਕੇ ਸਮਾਪਤੀ ਕਰਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਦਿੱਤੀ ਸੀ। ਇਹਦੀ ਵਿਆਖਿਆ ਆਪਾਂ ਕੱਲ ਨੂੰ ਕਰ ਲਵਾਂਗੇ, ਵੈਸੇ ਤੇ ਲੋੜ ਨਹੀਂ ਹੈ, ਬਸ ਬੇਨਤੀ ਨੂੰ ਸੰਕੋਚਵੇਂ ਰੂਪ ਦੇ ਵਿੱਚ ਮੈਂ ਆਪ ਜੀ ਨਾਲ ਸਾਂਝਾ ਕਰਾਂ। ਉਸ ਵੇਲੇ ਗੁਰਬਾਣੀ ਵਿੱਚ ਜਿੰਨਾ ਕੁ ਲੋੜ ਸੀ ਵਾਧਾ ਕਰਨ ਦੀ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਇਆ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕੀਤੀ ਗਈ, ਹੈ ਨਾ। ਜੇ ਕਿਧਰੇ ਬਾਬਾ ਸ਼੍ਰੀ ਚੰਦ ਗੁਣਾ ਵਾਲਾ ਉਹ ਸਰੂਪ ਬਦਲਿਆ ਹੁੰਦਾ ਤੇ ਹੋ ਸਕਦਾ ਸੀ ਇਸ ਵਾਰ ਦੇ ਨਾਲ ਇੱਕ ਪੌੜੀ ਹੋਰ ਜੁੜ ਜਾਂਦੀ, ਜਿਹਦੇ ਵਿੱਚੋਂ ਨੁਕਤਾ ਕਲੀਅਰ ਹੋ ਜਾਂਦਾ। ਹੋ ਸਕਦਾ ਸੀ ਇਸ ਵਾਰ ਵਿੱਚ ਇੱਕ ਹੋਰ ਪੌੜੀ ਜੁੜ ਜਾਂਦੀ, ਕਿਉਂਕਿ ਲੋੜ ਦੇ ਮੁਤਾਬਕ ਕਈ ਥਾਵਾਂ ਦੇ ਉੱਪਰ ਬਾਣੀ 'ਚ ਇਜ਼ਾਫਾ ਕੀਤਾ ਗਿਆ ਵਾ। ਜਿੱਥੇ ਲੋੜ ਪਈ ਕੋਈ ਸ਼ਬਦ ਨੂੰ ਜਿਹਦੀ ਵਿਆਖਿਆ ਕਰਨੀ ਸੀ, ਗੁਰੂ ਸਾਹਿਬ ਨੇ ਨਾਲ ਹੀ ਕਰ ਦਿੱਤੀ। ਸਵੇਰ ਦੇ ਸਮੇਂ ਆਪਾਂ ਸ਼ੇਖ ਫਰੀਦ ਜੀ ਦੇ ਸ਼ਲੋਕ ਸਮਝਦੇ ਆ ਰਹੇ ਹਾਂ, ਉਹਨਾਂ 'ਚ ਜਿੱਥੇ ਜਿੱਥੇ ਲੋੜ ਗੁਰੂ ਪਾਤਸ਼ਾਹ ਨੂੰ ਲੱਗੀ ਨਾਲ ਨਾਲ ਆਪਣੀ ਗੱਲ ਕਰਦੇ ਗਏ। ਸ਼ਲੋਕ ਵਾਰਾਂ ਤੇ ਵਧੀਕ ਦੇ ਵਿੱਚ ਇਹ ਗੱਲ ਸਮਝਣ ਵਾਲੀ ਹੈ। ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਲਿਖੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਲਾਹੌਰ ਸ਼ਹਿਰ ਦੀ ਹਾਲਤ ਇਹੀ ਸੀ, ਜ਼ਹਿਰ ਕਹਿਰ ਹੀ ਸੀ। ਸਵਾ ਪਹਿਰ ਦਿਨ ਚੜ੍ਹਿਆ। ਕਿਹੜਾ ਵੇਲਾ ਹੁੰਦਾ ਜੀ? ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਆਪਣਾ ਕਦੋਂ? ਆਪਾਂ ਕਹਿੰਦੇ ਨਾ ਜਦੋਂ ਸਵਾ ਪਹਿਰ ਦਿਨ ਚੜ੍ਹ ਗਿਆ ਅੰਮ੍ਰਿਤ ਵੇਲਾ ਹੋ ਗਿਆ। ਪਾਤਸ਼ਾਹ ਕਹਿੰਦੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਸਵਾ ਪਹਿਰ ਦਿਨ ਚੜ੍ਹੀ ਉੱਥੇ ਜ਼ਹਿਰ ਕਹਿਰ ਸ਼ੁਰੂ ਹੋ ਜਾਂਦਾ, ਇਵੇਂ ਦੀ ਹਾਲਤ ਸੀ। ਪਰ ਜਦੋਂ ਗੁਰੂ ਅਮਰਦਾਸ ਜੀ ਦੇ ਸਮੇਂ ਉਸ ਲਾਹੌਰ ਦੇ ਲਾਗੇ ਸਿਫਤੀ ਦਾ ਘਰ ਬਣਨਾ ਸ਼ੁਰੂ ਹੋਇਆ ਨਾ, ਤੇ ਉਹਨਾਂ ਨੇ ਬਾਕਾਇਦਾ ਨਾਲ ਹੀ ਸ਼ਲੋਕ ਲਿਖ ਦਿੱਤਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਗੱਲ ਸਪਸ਼ਟ ਕਰ ਦਿੱਤੀ, ਉੱਥੇ ਲਿਖ ਦਿੱਤਾ ਨਾਲ ਦੀ ਨਾਲ ਇਜ਼ਾਫਾ ਕਰਕੇ। ਸਮੇਂ ਸਮੇਂ ਤੇ ਜਿਵੇਂ ਸਥਿਤੀਆਂ ਬਦਲਦੀਆਂ ਗਈਆਂ, ਬਾਣੀ ਦੇ ਵਿੱਚ ਵੀ ਜਿੱਥੇ ਜਿੱਥੇ ਲੋੜ ਸੀ ਉੱਥੇ ਉੱਥੇ ਨਾਲ ਨਾਲ ਗੱਲ ਸਪਸ਼ਟ ਹੁੰਦੀ ਗਈ।
ਸੋ ਇੱਥੇ ਜੇਕਰ ਗੱਲ ਸਪਸ਼ਟ ਨਹੀਂ ਹੋਈ, ਗੁਰੂ ਸਾਹਿਬ ਦੇ ਵੱਲੋਂ ਵਾਧੂ ਕੋਈ ਪੌੜੀ ਰਚ ਕੇ ਗੱਲ ਸਪਸ਼ਟ ਨਹੀਂ ਕੀਤੀ ਗਈ, ਸੋ ਇੱਥੋਂ ਇਹ ਅੰਦਾਜ਼ਾ ਲਾ ਸਕਦੇ ਆਪਾਂ ਬਈ ਸਥਿਤੀ ਜੋ ਗੁਰੂ ਅੰਗਦ ਸਾਹਿਬ ਦੇ ਗੁਰਗੱਦੀ ਤੇ ਬੈਠਣ ਵੇਲੇ ਸੀ ਅੰਤ ਤੱਕ ਉਹੀ ਬਣੀ ਰਹੀ ਸੀ। ਕਿਉਂਕਿ ਜੇ ਬਦਲੀ ਹੁੰਦੀ ਤੇ ਨਾਲ ਕੋਈ ਪੌੜੀ ਹੋਰ ਐਡ ਹੋ ਕੇ ਗੁਰੂ ਸਾਹਿਬ ਸਾਰੀ ਗੱਲ ਨੂੰ ਸਪਸ਼ਟ ਕਰ ਦਿੰਦੇ, ਇਹਦਾ ਅਧੂਰੀ ਗੱਲ ਲਿਖ ਕੇ ਬਾਣੀ 'ਚ ਨਾ ਛੱਡਦੇ। ਸੋ ਬਾਕੀ ਫੈਸਲਾ ਸੰਗਤ ਨੇ ਕਰ ਲੈਣਾ ਹੈ, ਵਿਦਵਾਨਾਂ ਨੇ ਵਿਚਾਰ ਲੈਣਾ ਕਿ ਜਿੰਨੀ ਕੁ ਮਤ ਉਹਦੇ ਮੁਤਾਬਕ ਆਪ ਸੰਗਤ ਨਾਲ ਬੇਨਤੀ ਦੀ ਸਾਂਝ ਪਾਈ। ਸਮੇਂ ਦੇ ਮੁਤਾਬਕ ਆਪਾਂ ਬੇਨਤੀ ਨੂੰ ਇੱਥੇ ਸੰਕੋਚਦੇ ਹਾਂ, ਪਰ ਕਰਨ ਦਾ ਅਗਲਾ ਹਿੱਸਾ ਕੱਲ੍ਹ ਦੇ ਸਮੇਂ ਸਾਂਝਾ ਕਰਾਂਗੇ। ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਰਾਜ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਗੁਰਸਾਗਰ ਸਾਹਿਬ, ਤਿੰਨਾਂ ਦਾ ਜਥਾ ਦਰਬਾਰ ਸਾਹਿਬ 'ਚ ਪਹੁੰਚ ਚੁੱਕਿਆ ਹੈ। ਆਪ ਸਿੱਖ ਸੰਗਤਾਂ ਨੂੰ ਗੁਰਸ਼ਬਦ ਕੀਰਤਨ ਦੇ ਨਾਲ ਜੋੜਨਾ ਹੈ। ਇਸੇ ਤਰ੍ਹਾਂ ਜੁੜ ਮਿਲ ਕੇ ਸ਼ਬਦ ਕੀਰਤਨ ਦੇ ਲਾਹੇ ਆਪ ਜੀ ਨੇ ਪ੍ਰਾਪਤ ਕਰਨੇ। ਗੁਰਮਤਿ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਲਈ ਖਿਮਾ ਕਰਨੀ ਜੀ। ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨ ਥਟਿਐ, ਕੌਣ ਹਾਰੇ ਕਿਨ ਵਟਿਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।